श्री गुरु नानक साहेब आप जी दी सदा ही जय। धन धन सतगुरु बालक सिंह साहेब आप जी दी सदा ही जय। धन धन सतगुरु संता साहेब आप जी दी सदा ही जय। धन धन सतगुरु नारायण दास साहेब आप जी दी सदा ही जय। धन धन सतगुरु साधु राम साहेब आप जी दी सदा ही जय। धन धन सतगुरु भगवान दास साहेब आप जी दी सदा ही जय। धन धन सतगुरु सेवाराम साहेब आप जी दी सदा ही जय। धन धन साहिब संत माता जी आप जी नूं कोट कोट नमस्कार। तारे जहान लया अभिमान जिन्नी दर्शन पाया। जिन्नी तुध नो तन कया तिन जम नेड़ न आया। तारे जहान लया अभिमान जिन्नी दर्शन पाया। जिन्नी तुध नो तन कया तिन जम नेड़ न आया। तारिया जहान लया अभिमान जिन्नी दर्शन पाया। जिन्नी तुध नो तन कया तिन जम नेड़ न आया। तारिया जहान लया अभिमान जिन्नी दर्शन पाया। जिन्नी तुध नो तन कया तिन जम नेड़ न आया। तारिया जहान लया अभिमान जिन्नी दर्शन पाया। जिन्नी तुध नो तन कया तिन जम नेड़ न आया। मन साचा मुख साचा सोए साचा तेरा नाम जी। निरभौ ते निर्वैर है सतगुरु सेवा राम जी। सतगुरु सेवा राम जी। साढ़े अंग संग होए सहाय सतगुरु सेवा राम जी। साढ़े अंग संग होए सहाय। साहिब संत माता जी ने कीता है कमाल। सारियां नू इकट्ठा करके रखया है संभाल। नाम जपदे नाम जपांदे इन्हां दा कारोबार। धन धन श्री गुरु नानक जावा चरना तो बलिहार। धन धन छेवें पातशाह जावा चरना तो बलिहार। धन धन साहिब संत माता जी आप जी ने चरना तो बलिहार। ਅੱਜ ਦਾ ਇਹ ਪਵਿੱਤਰ ਪਾਵਨ ਦਿਨ ਸਤਿਗੁਰੂ ਭਗਵਾਨ ਦਾਸ ਜੀ ਦੇ ਪਿਆਰ ਵਿੱਚ ਹਰ ਸਾਲ ਸੰਗਤਾਂ ਇਕੱਤਰ ਹੁੰਦੀਆਂ ਹਨ। ਬੇਨਤੀ ਕਰਦੀਆਂ ਹਨ ਸਾਹਿਬ ਜੀਓ ਕਿਰਪਾ ਕਰੋ ਬਖਸ਼ਿਸ਼ ਕਰੋ ਸਾਡੀ ਝੋਲੀ ਚਾਰ ਸੇਵਾ ਬਖਸ਼ੋ। ਅੱਜ ਇਸ ਰੂਪ ਵਿਚਕਾਰ ਅਸੀਂ ਸਤਿਗੁਰਾਂ ਦੇ ਹਜ਼ੂਰ ਇਕੱਠੇ ਹੋਏ ਹਾਂ ਤੇ ਹਿਰਦੇ ਦੇ ਨਾਲ ਆਪਣੇ ਮਾਲਕ ਦੇ ਚਰਨਾਂ ਵਿਚਕਾਰ ਬੇਨਤੀ ਕਰ ਰਹੇ ਹਾਂ ਸਾਹਿਬ ਜੀਓ ਕਿਰਪਾ ਕਰੋ ਇਸ ਵਾਰ ਜੋ ਵੀ ਬਣਿਆ ਹੈ ਵਾਤਾਵਰਣ ਇਸ ਵਾਤਾਵਰਣ ਵਿਚਕਾਰ ਸਾਨੂੰ ਇਹ ਮਹਿਸੂਸ ਹੀ ਨਾ ਹੋਵੇ ਕਿ ਅਸੀਂ ਆਪ ਜੀ ਕੋਲੋਂ ਦੂਰ ਹਾਂ। ਸਾਰੀ ਸੰਗਤ ਇੱਕ ਮਿਕ ਹੋ ਕੇ
ਅਸਾਂ ਸਾਰਿਆਂ ਨੇ ਸਤਿਗੁਰਾਂ ਕੋਲੋਂ ਸੇਵਾ ਆਪਣੀ ਝੋਲੀ 'ਚ ਕਰ ਪਾਉਣੀ ਹੈ। ਸੇਵਾ ਤਿੰਨ ਤਰ੍ਹਾਂ ਦੀ ਹੁੰਦੀ ਹੈ, ਤਨ ਦੀ ਸੇਵਾ, ਮਨ ਦੀ ਸੇਵਾ, ਧਨ ਦੀ ਸੇਵਾ। ਹਰ ਸਾਲ ਸਤਿਗੁਰੂ ਜੀ ਸਾਡੇ ਕੋਲੋਂ ਤਨ ਦੀ ਸੇਵਾ ਸਮੂਹ ਸੇਵਾਦਾਰਾਂ ਕੋਲੋਂ ਐਸੀ ਲੈਂਦੇ ਹਨ ਕਿ ਸੇਵਾਦਾਰ ਇਨ 3 ਦਿਨਾਂ ਦੀ ਸੇਵਾ ਕਰਕੇ ਜੋ ਸਤਿਗੁਰੂ ਭਗਵਾਨ ਦਾ ਜੀ ਦਾ ਜੋਤੀ ਜੋਤ ਗੁਰਪੁਰਬ ਹੈ, 3 ਦਿਨ ਸੇਵਾ ਕਰਕੇ ਸਾਰਾ ਸਾਲ ਇੰਜ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਤਿਗੁਰੂ ਦਾ ਹੱਥ ਸਾਡੇ ਸਿਰ ਤੇ ਹੈ, ਬੇਫਿਕਰੀ ਰਹਿੰਦੀ ਹੈ। ਸਾਹਿਬ ਮਹਾਰਾਜ ਜੀ ਸਮੇਂ-ਸਮੇਂ ਤੇ ਸਮਝਾਉਂਦੇ ਹਨ ਕਿ ਸੰਗਤਾਂ ਘਰ ਜਾਂਦੀਆਂ ਹਨ, 6 ਮਹੀਨੇ ਇਸੀ ਵਿਚਾਰ ਪਿਆਰ ਘਰ ਰਹਿੰਦੀਆਂ ਹਨ ਕਿ ਸਾਡੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਉਹ ਪ੍ਰਸੰਗ ਚੇਤੇ ਕਰਦੀਆਂ ਹਨ, ਉਨ ਗੁਰਸਿੱਖਾਂ ਦੇ ਨਾਲ ਮੇਲ ਜਿਹੜਾ ਹੁੰਦਾ ਹੈ ਉਹ ਚੇਤੇ ਕਰਦੀਆਂ ਹਨ ਤੇ 6 ਮਹੀਨੇ ਇਸ ਉਡੀਕ ਵਿੱਚ ਰਹਿੰਦੀਆਂ ਹਨ ਕਿ ਕਦੋਂ 15 ਤਰੀਕ ਆਵੇ ਤੇ ਫਿਰ ਅਸੀਂ ਇਕੱਤਰ ਹੋਈਏ ਤੇ ਆਪਣੀ ਝੋਲੀ 'ਚ ਕਰ ਸੇਵਾ ਪਾਈਏ। ਇਸ ਵਾਰ ਸਤਿਗੁਰੂ ਸਾਨੂੰ ਮਨ ਦੀ ਸੇਵਾ ਦੇ ਰਹੇ ਹਨ। ਮਨ ਦੀ ਸੇਵਾ ਕੀ ਹੈ? ਮਨ ਦੀ ਸੇਵਾ ਇਹ ਹੈ ਕਿ ਅਸੀਂ ਕੀਰਤਨ ਵਿਚਕਾਰ ਹਾਜ਼ਰੀਆਂ ਭਰੀਏ। ਕਈ ਵਾਰ ਗੁਰਸਿੱਖ ਸੇਵਾ 'ਚ ਜੁਟੇ ਰਹਿੰਦੇ ਹਨ, ਧਨ ਦੀ ਸੇਵਾ 'ਚ ਕੀਰਤਨ ਵਿਚਕਾਰ ਨਹੀਂ ਪਹੁੰਚ ਸਕਦੇ। ਇਸ ਵਾਰ ਸਤਿਗੁਰੂ ਜੀ ਦਾ ਇਹ ਹੁਕਮ ਹੈ, ਇਹ ਉਹਨਾਂ ਦੀ ਲੀਲਾ ਹੈ। ਇਸ ਲੀਲਾ ਨੂੰ ਸਮਝੀਏ, ਇਸ ਲੀਲਾ ਨੂੰ ਅਸੀਂ ਆਪਣੀ ਝੋਲੀ 'ਚ ਕਰ ਪਵਾਈਏ ਤੇ ਮਨ ਦੀ ਸੇਵਾ ਸੁਖਮਨੀ ਸਾਹਿਬ 'ਚ ਕਰ ਸਤਿਗੁਰੂ ਕਹਿੰਦੇ ਹਨ ਨਾ, ਜਿਹੜਾ ਨਾਮ ਸਿਮਰਨ ਕਰਦਾ ਹੈ ਉਹ ਪਰਉਪਕਾਰ ਕਰਦਾ ਹੈ। ਇਹ ਪਰਉਪਕਾਰ ਹੁੰਦਾ ਹੈ ਸਿਮਰਨ ਵੀ। ਜੇ ਸੰਗਤ ਵਿੱਚ ਘਰ ਬਹਿ ਕੇ ਸਿਮਰਨ ਕੀਤਾ ਜਾਏ, ਕੀਰਤਨ ਦਾ ਆਨੰਦ ਮਾਣਿਆ ਜਾਏ, ਗੁਰੂ ਦੇ ਬਚਨ ਹਿਰਦੇ 'ਚ ਘਰ ਵਸਾਏ ਜਾਣ। ਸਤਸੰਗਿਓ, ਆਪ ਜੀ ਇਸ ਉਡੀਕ ਵਿਚਕਾਰ ਪੂਰਾ ਸਾਲ ਬਿਤਾਇਆ ਹੈ ਕਿ 15 ਅਗਸਤ ਆਵੇ ਤੇ ਅਸੀਂ ਆਪਣੇ ਸਤਿਗੁਰਾਂ ਕੋਲੋਂ ਸੇਵਾ ਝੋਲੀ 'ਚ ਕਰ ਪਵਾਈਏ। ਇਹ ਸਾਲ ਭਾਵੇਂ ਕਰੋਨਾ ਦੇ ਕਾਰਨ ਵਾਤਾਵਰਣ ਕੋਈ ਬਦਲ ਗਿਆ ਹੈ, ਲੇਕਿਨ ਅਸਾਂ ਨੇ ਗੁਰਪੁਰਬ ਜਿਵੇਂ ਸਤਿਗੁਰੂ ਜੀ ਦਾ ਹੁਕਮ ਹੈ ਉਹ ਉਂਝ ਹੀ ਮਨਾਣੇ ਹਨ ਜਿਵੇਂ ਹਰ ਸਾਲ ਅਸੀਂ ਮਨਾਉਂਦੇ ਆਏ ਹਾਂ। ਸਤਿਗੁਰੂ ਸਾਡੇ ਕੋਲ ਹੈ ਤੇ ਹਰ ਵੇਲੇ ਸਾਡੇ ਕੋਲ ਹੈ। ਸਤਿਗੁਰੂ ਸਾਡੇ ਕੋਲ ਨਹੀਂ ਦੂਰ ਹੁੰਦਾ ਕਦੇ ਵੀ। ਤਾਂ ਗੁਰੂ ਕਿਰਪਾ ਕਰੇ, ਅੱਜ ਅਸੀਂ ਆਪਣੇ ਸਤਿਗੁਰਾਂ ਨੂੰ ਬੇਨਤੀ ਕਰਾਂਗੇ ਕਿ ਜਿਵੇਂ ਹਰ ਸਾਲ ਆਪ ਜੀ ਸਾਨੂੰ ਬਚਨ ਸੁਣਾਉਂਦੇ ਹੋ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿਚਕਾਰ ਇੱਕ ਪ੍ਰੋਗਰਾਮ ਨਹੀਂ, 5 ਪ੍ਰੋਗਰਾਮ ਜਾਂ 6 ਪ੍ਰੋਗਰਾਮ ਤੁਸੀਂ ਕਹੋ, ਆਉਣ ਵਾਲੇ ਸਮੇਂ ਵਿਚਕਾਰ ਉਹਨਾਂ ਦਾ ਅਸਾਂ ਨੇ ਭਰਪੂਰ ਆਨੰਦ ਲੈਣਾ ਹੈ ਤੇ ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹਨ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੂੰ ਆਪਣੇ ਮੁਖਾਰ ਬਿੰਦ ਤੋਂ ਮਿੱਠੇ ਮਿੱਠੇ ਬਚਨ ਸੁਣਾਉਣਗੇ। ਆਪਣੇ ਮੁਖਾਰ ਬਿੰਦ ਤੋਂ ਆਪ ਜੀ ਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਬਾਰੇ ਸਮਝਾਉਣੀ ਬਖਸ਼ਿਸ਼ ਕਰਨਗੇ ਤੇ ਨਾਲ ਹੀ ਜੋ ਇਹ ਵਾਤਾਵਰਣ ਬਣਿਆ ਹੋਇਆ ਹੈ ਇਸ ਕਰ ਕੀ ਅਸਾਂ ਨੇ ਗਾਈਡੈਂਸ ਲੈਣੀਆਂ ਨੇ, ਕੀ ਗੱਲਾਂ ਅਸਾਂ ਨੇ ਮਰਿਆਦਾ ਰੱਖਣੀ ਹੈ, ਕਿਉਂਕਿ ਮਰਿਆਦਾ ਵਿੱਚ ਰਵਾਂਗੇ, ਡਿਸਿਪਲਿਨ ਵਿੱਚ ਰਵਾਂਗੇ ਤਾਂ ਸਤਿਗੁਰੂ ਦਾ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਹਮੇਸ਼ਾ ਹੀ ਹੋਏਗਾ। ਸੰਤ ਮਾਤਾ ਜੀ ਜੋ ਸਾਨੂੰ ਸਮਝਾਉਂਦੇ ਹਨ ਨਾ ਰਹਿਣੀਆਂ, ਇਹ ਵੀ ਰਹਿਣੀਆਂ ਹਨ ਜੋ ਹੁਣ ਸਾਹਿਬ ਮਹਾਰਾਜ ਸਾਨੂੰ ਸਮਝਾਉਣਗੇ। ਇਹਨਾਂ ਨੂੰ ਰਹਿਣੀਆਂ ਹੀ ਸਮਝਣਾ ਜੋ ਸਾਨੂੰ ਅੱਜ ਕੱਲ੍ਹ ਦੇ ਸਮੇਂ ਤੇ ਸਾਨੂੰ ਡਿਸਿਪਲਿਨ ਲੋੜ ਹੈ। ਸਤਿਗੁਰੂ ਸਾਧੂ ਰਾਮ ਜੀ ਦਾ ਪਿਛਲੇ ਸਾਲ ਅਸਾਂ ਨੇ 100 ਸਾਲਾ ਜੋਤੀ ਜੋਤ ਗੁਰਪੁਰਬ ਮਨਾਇਆ ਤੇ 100 ਸਾਲ ਦੇ ਨਾਲ 101 ਸਾਲ ਅਗਰ ਕਹੀਏ, 101 ਦੀ ਵੀ ਬੜੀ ਮਹੱਤਤਾ ਹੁੰਦੀ ਹੈ, ਕਿਉਂਕਿ ਸਗਨ ਜਦੋਂ ਦਿੱਤਾ ਜਾਂਦਾ ਹੈ 1 ਰੁਪਏ ਉੱਤੇ ਰੱਖਿਆ ਜਾਂਦਾ ਹੈ, ਕਹਿੰਦੇ ਨੇ 101। ਤਾਂ ਇਹ ਸਾਲ 101ਵਾਂ ਸਾਲ ਸਤਿਗੁਰੂ ਸਾਧੂ ਰਾਮ ਜੀ ਦਾ ਜੋਤੀ ਜੋਤ ਗੁਰਪੁਰਬ, ਉਹ ਵੀ ਹੁਮ ਹੁਮਾ ਕੇ ਮਨਾਈਏ। ਸਤਿਗੁਰਾਂ ਦੇ ਪਿਆਰ ਵਿਚਕਾਰ, ਉਹਨਾਂ ਦੀ ਯਾਦ ਵਿਚਕਾਰ ਆਪਸ ਦਾ ਭੈਣ ਭਰਾ
एक दूजे ने पूछिए भी साखियां पिछले साल होए सन, मैंने कोई साखी सुना। एक दूजे नाल साखियां सांझी करिए जो सतगुरु दी सानू होंद अपने घर ही महसूस होवे। सतगुरु साधु राम जी का ज्योति जोत गुरपुरब साहब महाराज समझाएंगे किवें मनाना है। हापड़ कोठी साहब सतगुरु भगवान दास जी का निवास स्थान, जेड़ा घर सतगुरु सेवा राम जी कहते सन साडा अपना घर बन गया है। जदों सतगुरु सच्चे पातशाह ने मुहूर्त इट रखी सी 17 मार्च 2002 ਨੂੰ जिसलिए इट रखी सी, बाहर कमरे च आके बैठे आखन लगे बत्रा जी साडा घर अपना घर बन गया है। वो अपना घर उसका 2 सितंबर को स्थापना दिवस मनाया जाएगा। 5 सितंबर को डेरा साहब जी का हापड़ विखे, उपरांत फिर 6 सितंबर को सतगुरु सेवा राम जी दे प्यार का रहन च राती वो 22 भादरों मनाते सन ना। मैं साहब मारे बेनती कर रहा हूँ वो भी सानू समझाएंगे वो 22 भादरों असी अपनी चोरी कर इस साल किस तरह पवाइए। आप जी कृपा करनी है, बख्शिश आप जी ने करनी है, राह आप जी ने बख्शनी है, प्रवानगी भी आप जी ने बख्शनी है। तो उपरंत 7 सितंबर रहन सुभाई दीवान जो हर साल संगतां उडीक दियां हन। 6 सितंबर 22 भादरों का महात्म कई बार आप जी उस नाल साझा किया गया है कि सतगुरु की निगाह हो जाए। निगाह कहते ने ये बच्चा 22 भादरों असाने राती कीर्तन कर तकिया सी, बस उन्होंने निगाह कीर्तन का सत्संगियों विचकार बहन का साथ संगतकार बहन का ते गुरु की निगाह होने का ये फायदा है। साढ़े कितने कष्ट कितने पाप साढ़े कट जाते हैं। छज्जूमल दी धर्मशाला ते गुरसिख सेवा कर रहा है, जोड़े बारिश आ गई तो जोड़े चुक चुक के बाहर लेके जा रहा है ते जोड़े भी दास खड़ा है इस वेले। जोड़े अपने छाती दे नाल चमक के 5-5 जोड़े 6-6 जोड़े छाती नाल लगा के वो जोड़े बाहर लेके जा रहे हैं। हम बतराई देखो अपने पाप कट रहे बड़े सारे। सुरखुरो हो रहे दरगाह गए, सुरखुरो हो गया था, पाप सारे कटे गए। उसका चलत जेड़ा सी वो चलत गुरसिखी जीवन तो अलग सी थोड़ा, लेकिन गुरु की कृपा निगाह ये निगाह उसकी हो जाए तो साध संगत जी आज गुरु महाराज साढ़े ते बख्शिश कर रहे हैं। इस साल में वांझा नहीं कोरोना दे करके असा ने गुरपुरब नहीं छोड़ना, गुरपुरब मनाना है गुरु की आज्ञा अनुसार। जिमें गुरु सानू समझाएंगे जो साढ़े ते बख्शिश करेंगे जो रहमत करेंगे। 7 सितंबर की रात सच्चा पातशाह कृपा करे रहन सवाई दीवान होवे। ये साल भी जड़े 75वां साल है, उड़ीक रहे सा पूरे साल भर तक कि 75वां साल आएगा तो खुशियां नाल हुम हुमा के इकट्ठे होए के मनावांगे। ते हुण भी इंज महसूस होवे कि असी इकट्ठे आ किते दूर नहीं आ। यूट्यूब राहीं अपने अपने डेरिया ते जिवें साहब मारे समझाणगे संगत दे नाल प्यार टेलीफोन राਹੀਂ गल करनी है कि की प्रोग्राम होया, किस तरह होया, की आनंद प्राप्त होया, कि तूने पाठ कितने कीते। अगर असी एक दूजे ने पूछ लीए भी तूने कितने पाठ किए तो एक उत्साह अंदरों पैदा होता है भी मैं भी करा ना। जो कोई ना करने वाला होए वो भी सोए मेरा कुछ तो हिस्सा विचकार प्रवेश कर। साढ़े भैन सत्कार बबली जी गुरमीत कौर जी बड़ा वड्डा उद्यम करते हैं। हर गुरपुरब ते इन्हां दा यतन होंदा है कि एक गिनती आवे, उसका भाव ही यही है कि साढ़े अंदर उत्साह पैदा हो। इतना उत्साह होवे जी मैं नहीं करता तो मेरा भी हिस्सा पवे इसका, मैं भी अपना हिस्सा पावां। तो साध संगत जीओ अज दा साडा इकट्ठ जिहड़ा कि हर साल 15 अगस्त नूं असी इकट्ठ करने हाँ ते सतगुरां दे मिठे मिठे बचन सुनने हाँ ते सतगुरां कोलों अरदास करने ते अपनी झोली का सेवा पाने ते कहने सा सेवा कीती सफल है जित सतगुरु का मन मने। जे सतगुरु का मन मनिया ता पाप कसमल पन्ने। वो पाप जेड़े की टूट हट ही नहीं सकते, वो पाप भी सतगुरु जी बख्शिश करता है। सेवा दे नाल साडे पाप भी धुल जाते हैं
ਤੇ ਇਸ ਸਾਲ ਦੀ ਸੇਵਾ ਮਨ ਦੀ ਸੇਵਾ ਹੈ। ਮਨ ਦੀ ਸੇਵਾ ਇਹ ਹੈ ਕਿ ਅਸੀਂ ਕੀਰਤਨ ਕਰ ਬੈਠ ਕੇ ਹਾਜ਼ਰੀਆਂ ਭਰੀਏ, ਭਜਨ ਕਰੀਏ, ਬਾਣੀ ਪੜ੍ਹੀਏ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਜ਼ਿਆਦਾ ਨਾ ਬੋਲਦੇ ਹੋਏ, ਕਿਉਂਕਿ ਸਾਨੂੰ ਉਡੀਕ ਹੈ ਕਿ ਸਾਡੇ ਸਾਹਿਬ ਮਹਾਰਾਜ ਜੀ ਸਾਨੂੰ ਦਰਸ਼ਨ ਦੇਣ। ਆਪਣੇ ਮਿੱਠੇ ਮਿੱਠੇ ਬਚਨ ਸੰਗਤ ਮੁੱਦਤ ਤੋਂ ਇੰਤਜ਼ਾਰ ਕਰ ਰਹੀ ਹੈ। ਅੱਜ ਉਹ ਇੰਤਜ਼ਾਰ ਦੀਆਂ ਘੜੀਆਂ ਸਾਧ ਸੰਗਤ ਜੀ ਲੱਖ ਲੱਖ ਵਧਾਈਆਂ ਹਨ ਤੁਹਾਨੂੰ। ਉਹ ਇੰਤਜ਼ਾਰ ਦੀਆਂ ਘੜੀਆਂ ਮੁੱਕ ਰਹੀਆਂ ਹਨ ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦਰਸ਼ਨ ਦੇ ਰਹੇ ਹਨ। ਆਓ ਬੇਨਤੀ ਕਰੇ ਸਾਹਿਬ ਮਹਾਰਾਜ ਚਰਨ ਕਰ, ਆਪ ਜੀ ਕਿਰਪਾ ਕਰੋ, ਆਪਣੇ ਮਿੱਠੇ ਮਿੱਠੇ ਬਚਨ, ਆਸ਼ੀਰਵਾਦ ਵਾਲੇ ਬਚਨ ਤੇ ਨਾਲ ਹੀ ਆਉਣ ਵਾਲੇ ਪ੍ਰੋਗਰਾਮਾਂ ਨੂੰ ਮਨਾਉਣ ਦੀ ਕਿਵੇਂ ਅਸੀਂ ਪ੍ਰੋਗਰਾਮ ਬਣਾਈਏ ਉਹ ਸਾਰੀ ਸਮਝਾਉਣੀ ਆਪ ਜੀ ਬਖਸ਼ਿਸ਼ ਕਰੋ। ਅਰਦਾਸਾਂ ਪ੍ਰਵਾਨ ਕਰੋ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਧੰਨ ਧੰਨ ਸਤਿਗੁਰੂ ਭਗਵਾਨ ਦਾਸ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ। ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ। ਅੱਜ ਦਾ ਇਹ ਮੁਬਾਰਕ ਦਿਨ ਜਿਸ ਦੀ ਸਾਨੂੰ ਸਾਰੇ ਸਾਲ ਉਡੀਕ ਰਹਿੰਦੀ ਹੈ ਕਿ ਅਸੀਂ ਇਕੱਤਰ ਹੋ ਕੇ ਸੰਤਾਂ ਦਾ ਮੇਲ ਵੀ ਹੋਵੇ ਤੇ ਸਤਿਗੁਰਾਂ ਦੀ ਬਖਸ਼ਿਸ਼ ਵੀ ਹੋਵੇ ਤੇ ਆਪਣੀ ਝੋਲੀ ਅੰਦਰ ਮਾਲਕ ਕੋਲੋਂ ਖੁਸ਼ੀਆਂ ਪਵਾਈਏ। ਸਤਿਗੁਰਾਂ ਦੇ ਵਚਨ ਨੇ ਕਿ ਬਤਰਾ ਜੀ ਸੇਵਾ ਤੋਂ ਮੇਵਾ ਮਿਲਦਾ ਹੈ ਤੇ ਮੇਵਾ ਮਿੱਠਾ ਹੁੰਦਾ ਹੈ। ਇਹ ਜਿਹੜੇ ਜ਼ਿਕਰ ਬਤਰਾ ਜੀ 17 ਮਾਰਚ 2002 ਦਾ ਆਪ ਜੀ ਨਾਲ ਕਰ ਰਹੇ ਸਨ ਨਾ, ਜਦੋਂ ਹਾਪੜ ਤੋਂ ਨਿਕਲਣੇ ਲੱਗੇ ਤੇ ਬਤਰਾ ਜੀ ਨੂੰ ਇਹ ਵਚਨ ਕੀਤੇ। ਆਪ ਜੀ ਨਾਲ ਕਈ ਵਾਰ ਪਹਿਲੇ ਵੀ ਸਾਂਝੇ ਕੀਤੇ ਹਨ, ਲੇਕਿਨ ਅਸੀਂ ਜੀ ਭੁੱਲਣਹਾਰਾਂ ਇਹਨਾਂ ਚੀਜ਼ਾਂ ਨੂੰ ਭੁੱਲ ਜਾਂਦੇ ਹਾਂ। ਔਰ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸੰਭਾਲ ਕੇ ਰੱਖਣਾ ਹੈ, ਅਸੀਂ ਇਹਨਾਂ ਝੂਠੀਆਂ ਚੀਜ਼ਾਂ ਨਾਲ ਪਿਆਰ ਨਾ ਕਰੀਏ ਜਿਨ੍ਹਾਂ ਨੇ ਸਾਡੇ ਕੰਮ ਨਹੀਂ ਆਉਣਾ। ਇਹ ਜਿਹੜੀਆਂ ਸਾਖੀਆਂ ਨੇ, ਇਹ ਸਤਿਗੁਰਾਂ ਦੇ ਵਚਨ ਨੇ, ਇਹ ਉਪਦੇਸ਼ ਨੇ, ਇਹ ਸੇਵਾ ਨੇ। ਸਤਿਗੁਰ ਭਗਵਾਨ ਦਾਸ ਸਾਹਿਬ ਜੀ ਮਾਲਕ ਹੋ ਕੇ ਜਦੋਂ ਸਤਿਗੁਰ ਸੰਗਤਾ ਸਾਹਿਬ ਜੀ ਦਾ ਪੁਰਬ ਆਣਾ ਤੇ ਉਹਨਾਂ ਨੇ ਆਪ ਜੀ ਨੇ ਜਿਨ੍ਹਾਂ ਨੇ ਵੇਖਿਆ ਉਸ ਸਮੇਂ ਤੇ ਕਿ ਸਤਿਗੁਰ ਸੇਵਾ ਰਾਮ ਜੀ, ਸਤਿਗੁਰ ਭਗਵਾਨ ਦਾਸ ਸਾਹਿਬ ਜੀ ਆਪ ਲਾਲ ਸ਼ਾਹ ਜੀ ਤੁਸੀਂ ਗਾਲਾ ਪਾਓ, ਲੂਣ ਪਾਓ ਤੇ ਆਪ ਚੱਕੀ ਚਲਾ ਰਹੇ। ਤੇ ਉਸ ਟਾਈਮ ਉਹ ਜਿਹੜੀਆਂ ਮਾਈਆਂ ਨੇ ਵੇਖਿਆ ਕਿ ਸਿਰਫ ਹੱਥ ਰੱਖਿਆ ਹੈ ਉਸ ਚੱਕੀ ਤੇ, ਚੱਕੀ ਆਪੇ ਹੀ ਫੇਰ ਰਹੀ ਹੈ। ਕਹਿੰਦੇ ਗੁਰੂ ਨਾਨਕ ਦੇ ਵਕਤ ਇਹ ਚੱਕੀ ਚੱਲੀ ਸੀ ਬਾਬਰ ਦੇ ਜੇਲ੍ਹ ਖਾਨੇ ਅੰਦਰ, ਤੇ ਅੱਜ ਸਾਖਸ਼ਾਤ ਉਸ ਗੁਰੂ ਨਾਨਕ ਦਾ ਰੂਪ ਅਸੀਂ ਦਰਸ਼ਨ ਕੀਤਾ। ਔਰ ਜਿਹੜੇ ਸਾਖੀਆਂ ਅੰਦਰ ਆਇਆ ਕਿ ਇਸ ਵਕਤ ਪਰਮਾਤਮਾ ਕਿੱਥੇ ਹੈਗਾ। ਜਿਹੜੇ ਦਵਾਰਕਾ ਨਗਰੀ 'ਚ ਬੈਠੇ ਸਨ ਪੰਡਤ, ਉਹਨਾਂ ਨੇ ਸਾਰਾ ਹਿਸਾਬ ਲਾਇਆ। ਕਹਿੰਦੇ ਇਸ ਟਾਈਮ ਜਿਹੜੀ ਬ੍ਰਹਮ ਨਿਵਾਸ ਹੈ ਉਹ ਕੈਮਲਪੁਰੀ ਸਤਿਗੁਰ ਭਗਵਾਨ ਦਾਸ ਸਾਹਿਬ ਜੀ ਦੇ ਨਾਂ ਤੋਂ, ਉਹਨਾਂ ਦੇ ਹਿਸਾਬ ਨਾਲ ਉਸ ਮਾਲਕ ਦਾ ਇਹ ਪੁਰਬ ਅਸੀਂ ਸਮਝੀਏ ਕਿ ਇਹ ਪੁਰਬ ਦੀ ਕਿਤਨੀ ਮਹਾਨਤਾ ਹੈ। ਸਾਰੇ ਸਾਲ ਦੀਆਂ ਅਸੀਂ ਤਾਂ ਕਹਿੰਦੇ ਹਾਂ, ਲੇਕਿਨ ਗੁਰੂ ਮਹਾਰਾਜ ਅਗਰ ਟੁੱਟ ਪਵੇ ਤਾਂ ਜੀਵਨ ਭਰ ਦੀਆਂ ਝੋਲੀ 'ਚ ਖੁਸ਼ੀਆਂ ਪਾ ਦਿੰਦਾ ਹੈ, ਪਤਾ ਨਹੀਂ ਚੱਲਦਾ। ਉਸ ਮਾਲਕ ਦੇ ਪਿਆਰ ਅੰਦਰ ਇਹ 75ਵਾਂ ਸਾਲ। ਇਸ ਗੱਲ ਨੂੰ ਬਿਲਕੁਲ ਇਸ ਤਰ੍ਹਾਂ ਨਾ ਸਮਝਣਾ ਕਿ ਇਹ 75ਵਾਂ ਸਾਲ ਸਾਨੂੰ ਕਰੋਨਾ ਤੇ ਇੱਕ ਬਹਾਨਾ ਹੈ, ਕਰੋਨਾ ਤੇ ਇੱਕ ਬਹਾਨਾ ਹੈ ਸਮਝਣਾ। ਸਤਿਗੁਰਾਂ ਦੇ ਇੱਕ ਵਚਨ ਪੁਰਾਤਨ ਪਹਿਲੇ ਜਦੋਂ
ਸਤਿਗੁਰੂ ਭਗਵਾਨ ਦਾਸ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਅਸੀਂ ਹਰ ਸਾਲ ਕਿਸੇ ਨਾ ਕਿਸੇ ਸ਼ਹਿਰ ਅੰਦਰ ਮਨਾਉਂਦੇ ਸਾਂ ਤੇ ਕੁਝ ਸਮਾਂ ਮਨਾਉਂਦੇ ਰਹੇ ਤੇ ਹਾਪੜ ਡੇਰੇ ਤੇ ਰੌਣਕਾਂ ਨਹੀਂ ਲੱਗਦੀਆਂ ਸਨ ਤੇ ਸਤਿਗੁਰ ਸੇਵਾ ਰਾਮ ਜੀ ਨੇ ਹੁਕਮ ਕੀਤਾ ਕਿ ਇਹ ਬੱਚਿਓ ਕੁਝ ਠੀਕ ਨਹੀਂ ਲੱਗ ਰਿਹਾ ਪ੍ਰੋਗਰਾਮ ਭਾਵੇਂ ਅਸੀਂ ਸਤਿਗੁਰਾਂ ਦਾ ਸ਼ਹਿਰ ਸ਼ਹਿਰ ਜਾ ਕੇ ਮਨਾਉਂਦੇ ਹਾਂ ਲੇਕਿਨ ਮਾਲਕ ਦੇ ਨਿਵਾਸ ਸਥਾਨ ਤੇ ਰੌਣਕ ਘਟਾ ਦਿੰਦੇ ਹਾਂ ਜਿੱਥੇ ਅਸੀਂ 40 ਦਿਨਾਂ ਦਾ ਤਾਂ ਨਿਤਨੇਮ ਚੱਲਦਾ ਸੀ ਲੇਕਿਨ ਸਤਿਗੁਰਾਂ ਦੇ ਵਚਨ ਹੋਏ ਵੀ ਅੱਜ ਤੋਂ ਬਾਅਦ ਜਿਹੜਾ ਇਹ ਪੁਰਬ ਹੈ ਡੇਰੇ ਤੇ ਹੀ ਮਨਾਇਆ ਜਾਏਗਾ ਤੇ ਉਹ ਡੇਰੇ ਤੇ ਹੀ ਮਨਾਇਆ ਗਿਆ ਤੇ ਇਹ ਕਿਹਾ ਜਿੱਦਾਂ ਚਿੱਤ ਕਰੇ ਉਹ ਆਪਣਾ ਹਿੱਸਾ ਪਵਾ ਲਵੇ ਸ਼ਹਿਰ ਵਿੱਚ ਰਹਿੰਦਾ ਉਹਦਾ ਨਾਂ ਪੈ ਜਾਏਗਾ ਲੇਕਿਨ ਪ੍ਰਕਾਸ਼ ਪੁਰਬ ਜਿਹੜਾ ਹੈ ਅੱਜ ਤੋਂ ਸਤਿਗੁਰ ਭਗਵਾਨ ਦਾਸ ਸਾਹਿਬ ਜੀ ਦੇ ਡੇਰੇ ਤੇ ਹੀ ਮਨਾਇਆ ਜਾਏਗਾ ਤੇ ਉੱਥੇ ਹੀ ਰੌਣਕਾਂ ਲੱਗਣਗੀਆਂ ਉੱਥੇ ਹੀ ਜਗਮਗ ਹੋਏਗੀ ਤੇ ਇਹ ਵਿਚਾਰ ਬੈਠਿਆ ਬੈਠਿਆ ਆਇਆ ਕਿ ਸਤਿਗੁਰ ਭਗਵਾਨ ਦਾਸ ਸਾਹਿਬ ਜੀ ਦਾ ਇਹ ਚੀਜ਼ ਜਿਹੜੀ ਹੈ ਇਤਿਹਾਸਿਕ ਹੋ ਰਹੀ ਹੈ ਕਿ ਅਸੀਂ ਸਾਰੇ ਸਤਿਗੁਰਾਂ ਦਾ ਸਥਾਨ ਛੋੜ ਕੇ ਬਾਹਰ ਰਾਘਵ ਰੈਜੈਂਸੀ ਚਲੇ ਜਾਂਦੇ ਸਨ ਤੇ ਪਿੱਛੇ ਤਾਲੇ ਮਾਰ ਦਿੰਦੇ ਸਨ ਕਹੀਂ ਇਤਨੇ ਵਜੇ ਤੋਂ ਇਤਨੇ ਵਜੇ ਤੱਕ ਦਰਵਾਜ਼ਾ ਬੰਦ ਰਹੇਗਾ ਤੇ ਇਹ ਚੀਜ਼ ਮਹਿਸੂਸ ਕੀਤੀ ਕਿ ਸਤਿਗੁਰਾਂ ਨੇ ਐਤਕੀ ਕੀ ਬਖਸ਼ਿਸ਼ ਕੀਤੀ ਹੈ ਕਿ ਤਾਲੇ ਸਾਰੇ ਡੇਰਿਆਂ ਦੇ ਉੱਤੇ ਅਸੀਂ ਲਾ ਕੇ ਆਉਂਦੇ ਸਾਂ ਤਾਂ ਇਹ ਪੁਰਬ ਮਨਾਉਂਦੇ ਸਾਂ ਸਮਝਣਾ ਲੇਕਿਨ ਐਤਕੀ ਸਤਿਗੁਰਾਂ ਨੇ ਕਹਿ ਦਿੱਤਾ ਨਾ ਲਾਕਆਊਟ ਹੈ ਲੇਕਿਨ ਲੋਕ ਸਾਰੇ ਖੋਲ ਛੱਡੇ ਉਹਨਾਂ ਨੇ ਕਿ ਸਤਿਗੁਰਾਂ ਨੇ ਕਿਹਾ ਡੇਰਾ ਕੋਈ ਵੀ ਜਿਹੜਾ ਹੈ ਇਹ 3 ਦਿਨ ਬੰਦ ਨਹੀਂ ਰਹੇਗਾ ਸਾਰਾ ਪ੍ਰੋਗਰਾਮ ਜਿਸ ਤਰ੍ਹਾਂ ਹਾਪੜ ਰਾਘਵ ਰੈਜੈਂਸੀ ਅੰਦਰ ਚੱਲਦਾ ਸੀ ਉਸੇ ਤਰੀਕੇ ਨਾਲ 5 ਤਰੀਕ ਨੂੰ ਰਾਤ ਨੂੰ ਆਰੰਭਤਾ ਹੋਏਗੀ ਜਿਹੜੀ ਆਪ ਜੀ ਲਾਈਵ ਦੇਖੋਗੇ 6 ਤਰੀਕ ਸਵੇਰੇ ਵੀ ਪ੍ਰੋਗਰਾਮ ਹੋਣਗੇ 7 ਤਰੀਕ 6 ਤਰੀਕ ਸ਼ਾਮ ਦੇ ਵੀ ਪ੍ਰੋਗਰਾਮ ਹੋਣਗੇ ਸਮੂਹਿਕ ਵਰਨੀਆਂ ਵੀ ਹੋਣਗੀਆਂ ਤੇ 7 ਤਰੀਕ ਨੂੰ ਵੀ ਸਾਰੇ ਪ੍ਰੋਗਰਾਮ ਤੇ 7 ਤਰੀਕ ਰਾਤੀ ਰਹਿਣ ਸਭਾਈ ਤੇ ਉਪਰੰਤ ਫਿਰ ਜਿਹੜੀ 8 ਤਰੀਕ ਬਤਰਾ ਜੀ ਨੇ ਜ਼ਿਕਰ ਕੀਤਾ ਮਾਤਾ ਜੀ ਦਾ ਵੀ ਦਿਨ ਨਾਲ ਮਨਾਇਆ ਜਾਏਗਾ ਇਹ ਸਾਰੇ ਪ੍ਰੋਗਰਾਮ ਅਸੀਂ ਇਕੱਠੇ ਹੋ ਕੇ ਔਰ ਫਿਰ ਇੱਕ ਗੱਲ ਮਹਿਸੂਸ ਕਰੋ ਕਿ ਸਾਰੇ ਜਦੋਂ ਗੁਰਪੁਰਬ ਦੇ ਆਉਂਦੇ ਸਾਂ ਤੇ ਮਨ ਵਿੱਚ ਵਿਚਾਰ ਹੁੰਦਾ ਸੀ ਕਿ ਘਰ ਦੀ ਰਾਖੀ ਕੌਣ ਕਰੇਗਾ ਇਸ ਗੱਲ ਤੇ ਵਿਚਾਰ ਕਰੋ ਘਰ ਦੀ ਰਾਖੀ ਕੌਣ ਕਰੇਗਾ ਰਾਖੀਆਂ ਹੁਣ ਵੀ ਲੋੜਨੇ ਇਹ ਨਹੀਂ ਕਹਿੰਦੇ ਤੇ ਸੰਗਤ ਜੀ ਆਪ ਦੇ ਚਰਨਾਂ ਦਾਸ ਦੀ ਬੇਨਤੀ ਹੈ 2 ਹੱਥ ਜੋੜ ਕੇ ਕਿ ਜਿਹੜੇ ਵੀ ਡੇਰੇ ਦੇ ਮੁਖੀ ਹੈਗੇ ਨੇ ਕਿਉਂਕਿ ਅੱਜ 15 ਅਗਸਤ ਹੈਗੀ 15 ਦਿਨ ਇਹ ਤੇ 4 ਦਿਨ 5 ਦਿਨ ਅੱਗੇ ਲਗਭਗ 20 ਦਿਨ ਪਏ ਨੇ ਆਪ ਜੀ ਯਤਨ ਕਰੋ ਇਹ ਸਾਰੇ ਅਸੀਂ ਪ੍ਰੋਗਰਾਮ ਇਕੱਠੇ ਹੋ ਕੇ ਆਪਣੇ ਡੇਰਿਆਂ ਤੇ ਮਨਾਈਏ ਤੇ ਇੱਕ ਵੱਡੀ ਸਕਰੀਨ 20 ਦਿਨ ਹੈਗੇ ਨੇ ਵੱਡੀ ਸਕਰੀਨ ਕਿਉਂਕਿ ਘਰ 'ਚ ਬਹਿਨੇ ਆ ਵੇਖਨੇ ਮੋਬਾਈਲਾਂ ਤੇ ਮੂੰਹ ਵਿੱਚ ਕਦੇ ਚਾਹ ਹੁੰਦੀ ਹੈ ਕਦੇ ਖਾਣਾ ਹੁੰਦਾ ਤੇ ਲੇਕਿਨ ਜਿਸ ਤਰ੍ਹਾਂ ਉਹ ਨਹੀਂ ਕਰਨਾ ਅਸੀਂ ਕੰਮ ਜਿਸ ਤਰ੍ਹਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਰਾਘਵ ਰੈਜੈਂਸੀ 'ਚ ਬਹਿ ਕੇ ਮਨਾਉਂਦੇ ਸਾਂ ਇਸ ਤਰ੍ਹਾਂ ਹੀ ਆਪਣੇ ਆਪਣੇ ਡੇਰਿਆਂ ਤੇ ਵੱਡੀ ਸਕਰੀਨ ਲੱਗੀ ਹੋਏਗੀ ਉਹ ਵੱਡੀ ਸਕਰੀਨ ਨੂੰ ਬਹਿ ਕੇ ਸਾਰੇ ਵੇਖਾਂਗੇ ਇੰਜ ਲੱਗੇਗਾ ਕਿ ਅਸੀਂ ਸਾਰੇ ਮਿਲ ਕੇ ਉਸ ਪੁਰਬ ਵਿੱਚ ਸ਼ਾਮਲ ਹਾਂ ਭਾਵੇਂ ਛੋਟਾ ਸ਼ਹਿਰ ਹੈ ਵੱਡਾ ਸ਼ਹਿਰ ਹੈ ਜਿਸ ਤਰ੍ਹਾਂ ਰੁਦਰਪੁਰ ਹੈ ਤੇ ਹਲਦਵਾਨੀ ਕੁਝ ਦੂਰੀ ਤੇ ਹਲਦਵਾਨੀ ਵਾਲੇ ਆ ਸਕਦੇ ਨੇ ਇੱਕ ਮਿਸਾਲ ਦੇ ਰਹੇ ਹਾਂ ਇੰਜ ਸ਼ਾਹਜਹਾਨਪੁਰ ਜਾਂ ਰਾਮਪੁਰ ਵਾਲੇ ਮਿਲ ਕੇ ਜਿਸ ਤਰ੍ਹਾਂ ਸਹੂਲੀਅਤ ਵੇਖਣ ਉਹਨੂੰ ਪ੍ਰੋਗਰਾਮਾਂ ਨੂੰ ਆਪਣੇ ਸ਼ਹਿਰ ਵਿੱਚ ਕਰ ਸਕਦੇ ਨੇ ਕਰਨ ਜਿਹੜੇ ਮਹਾਰਾਸ਼ਟਰ ਵਿੱਚ ਬੈਠੇ ਨੇ ਮੈਂ ਸਮਝਦਾ ਬਾਬਾ ਡੇਰਾ ਹੈਗਾ ਸਾਡਾ ਲੇਕਿਨ ਇਹ ਨਾ ਸੋਚਣ ਸ਼੍ਰੀ ਰਾਮਪੁਰ ਵਾਲੇ ਪਾਰਾਵਾਰ ਨਗਰ ਵਾਲੇ ਜਾਂ ਜਿਸ ਜਗ੍ਹਾ ਦਾ ਨਾਂ ਨਹੀਂ ਲਿੱਤਾ ਉਹ ਵੀ ਸਮਝਣ ਆਪਣਾ ਜਿਹੜਾ ਸਥਾਨ ਸੰਗਮਨਰ ਹੈਗਾ ਉੱਥੇ ਸਾਰੀ ਸੰਗਤ ਮਿਲ ਕੇ ਇੱਕ ਟੈਂਟ ਲਾ ਕੇ ਅੰਦਰ ਪੂਰੀ ਵੱਡੀ ਸਕਰੀਨ ਲਾ ਕੇ ਸਤਿਗੁਰਾਂ ਦੇ ਦਰਸ਼ਨ ਕਰੇ ਤੇ ਹੋਰ ਮਹਾਰਾਸ਼ਟਰ ਦੀ ਸੰਗਤ ਜਿਹੜੀ ਦੂਰ ਨੇੜੇ ਤੋਂ ਪਹੁੰਚਦੀ ਹੈ ਜਿਹੜੇ ਹਾਪੜ ਤੱਕ ਪਹੁੰਚਦੇ ਨੇ ਉਹ ਵੀ ਯਤਨ ਕਰਨ ਕੋਈ ਦੂਰ ਨਹੀਂ 2-4 ਘੰਟੇ ਦੀ ਦੂਰੀ ਆਪਣੇ ਆਪਣੇ ਡੇਰਿਆਂ ਤੇ ਮਤਲਬ ਕਿ ਸਾਰੇ ਬੜੀ ਧੂਮ-ਧਾਮ ਨਾਲ ਇਹ ਪ੍ਰੋਗਰਾਮ ਮਨਾਓ ਤੇ ਸਤਿਗੁਰਾਂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਆਪਣੀ ਝੋਲੀ 'ਚ ਪਵਾਈਏ ਤੇ ਇਹ ਇੱਕ ਇਤਿਹਾਸ ਬਣਨੇ ਜਾ ਰਿਹਾ ਹੈ ਜੀਵਨ ਦਾ ਕਦੇ ਇਹ ਪ੍ਰੋਗਰਾਮ ਅੱਗੋਂ ਵੀ ਇਸ ਤਰ੍ਹਾਂ ਮਨਾਏ ਨਹੀਂ ਜਾਣੇ ਇਹ ਇੱਕ 75ਵਾਂ ਸਾਲ ਹੈ
ਇਸ ਨੂੰ ਸਮਝੋ ਸਤਿਗੁਰਾਂ ਨੇ ਕੀ ਬਖਸ਼ਿਸ਼ ਕੀਤੀ ਹੈ। ਝੋਲੀ 'ਚ 75ਵੇਂ ਸਾਲ ਦੀ ਕੀ ਪਾ ਰਹੇ ਨੇ। ਜਿਹਨੂੰ ਅਸੀਂ ਕਹਿੰਦੇ ਸਾਂ ਸਾਡਾ ਬੜਾ ਉਤਸ਼ਾਹ ਸੀ ਕਿ ਅਸੀਂ ਸਾਰੇ ਮਿਲ ਕੇ ਰੌਣਕਾਂ ਕਰਾਂਗੇ, ਹੁਣ ਵੀ ਉਹ ਮਿਲ ਕੇ ਰੌਣਕਾਂ ਹੋ ਰਹੀਆਂ ਨੇ। ਲੇਕਿਨ ਕੀ ਹੋ ਰਿਹਾ ਹੈ ਕਿ ਸਾਰੇ ਪਰਿਵਾਰ ਸਹਿਤ ਘਰਾਂ ਨੂੰ ਤਾਲੇ ਜਿਹੜੇ ਮਾਰ ਕੇ ਜਾਂਦੇ ਸਾਂ, ਇਕੱਠੇ ਹੋ ਕੇ ਸਤਿਗੁਰਾਂ ਕੋਲੋਂ ਸਾਰੇ ਝੋਲੀਆਂ 'ਚ ਪਵਾਵਾਂਗੇ। ਇਹ ਦੇਖੋ ਯਾਦਗਾਰ ਬਣਨੀ ਹੈ, ਇਹ ਇਤਿਹਾਸ ਬਣਨਾ ਹੈ। ਆਉਣ ਵਾਲੇ ਸਮੇਂ ਜਦੋਂ ਸਾਖੀਆਂ ਲਿਖੀਆਂ ਜਾਣਗੀਆਂ ਤੇ ਇਸ 2020 ਦਾ ਕਰੋਨਾ ਦਾ ਜਦੋਂ ਜ਼ਿਕਰ ਆਏਗਾ ਤੇ ਇਹ ਵੀ ਕਿਹਾ ਜਾਏਗਾ ਕਿ ਪੂਰੇ ਸਾਲ ਸੰਗਤ ਨੇ ਕਿਤਨੀ ਮਿਹਨਤ ਕੀਤੀ, ਕਿਤਨੇ ਆਪਣੇ ਸਤਿਗੁਰਾਂ ਦੇ ਸਮਕਸ਼ ਪਾਠ ਕੀਤੇ। ਇਹ ਗਿਣਤੀ ਜਿਹੜੀ ਹੈ ਹਰ ਸਾਲਾਂ ਤੋਂ ਦੁਗਣੀ ਤਿਗਣੀ ਆਣੀ ਚਾਹੀਦੀ ਹੈ। ਤੇ ਜਿਨ੍ਹਾਂ ਨਹੀਂ ਕੀਤਾ ਤੇ ਉਹੀ ਜਿਸ ਤਰ੍ਹਾਂ ਬੇਨਤੀ ਕਰਦੇ ਆ, ਮਾਤਾ ਜੀ ਦੇ ਵਚਨ ਨੇ, ਉਹਨਾਂ ਨੂੰ ਭੁੱਲਣਾ ਨਹੀਂ, ਕਦੇ ਨਹੀਂ ਭੁੱਲਣਾ ਜੀਵਨ ਅੰਦਰ। ਮਾਤਾ ਜੀ ਕੋਲੋਂ ਜਦੋਂ ਆਗਿਆ ਲੈ ਕੇ ਦਾਸ ਇੱਥੇ ਆਪਣ ਆਂਦਾ ਸੀ, ਮਾਤਾ ਜੀ ਵਚਨ ਝੋਲੀ 'ਚ ਪਾਓ, ਸੰਗਤ ਨਾਲ ਕੀ ਆਪ ਜੀ ਦਾ ਵਚਨ ਨੇ ਜਿਹੜੇ ਉਹਨਾਂ ਨੂੰ ਕਹੀਏ। ਤੇ ਮਾਤਾ ਜੀ ਦਾ ਉਪਦੇਸ਼ ਇੱਕੋ ਹੁੰਦਾ ਸੀ ਕਿ ਬੱਚਿਓ ਮੁੱਠੀ ਬੰਦ ਰੱਖਣਾ, ਏਕਤਾ ਬਣਾਈ ਰੱਖਣਾ, ਆਪਸ ਵਿੱਚ ਪਿਆਰ ਰੱਖਣਾ। ਤੇ ਨਾਲ ਕਹਿੰਦੇ ਸਨ ਇਤਨੇ ਵੱਡੇ ਜਿਹੜੇ ਪ੍ਰੋਗਰਾਮ ਹੁੰਦੇ ਨੇ, ਮੇਰੀ ਜਾਨ ਨੂੰ ਵੇਖੋ ਮੇਰੇ ਵਾਸਤੇ ਥੋੜੀ ਹੈ, ਇਹ ਸੰਗਤ ਮੇਰੇ ਪਰ ਨੇ। ਅਗਰ ਪੁਰਾਣੇ ਤੁਸੀਂ ਸਾਖੀਆਂ ਸੁਣੋਗੇ, ਮਾਤਾ ਜੀ ਦੇ ਮੁਖ ਦੇ ਵਚਨ ਕਦੇ ਸਾਹਮਣੇ ਆਣਗੇ ਤੇ ਉਹਨਾਂ ਦੇ ਵਚਨ ਇਹ ਸਾਹਮਣੇ ਆਣਗੇ ਕਿ ਇਹ ਸਾਰੇ ਮੇਰੇ ਬੱਚੇ, ਮੇਰੇ ਖੰਭ ਨੇ। ਖੰਭ ਪਰਾਂ ਨੂੰ ਕਹਿੰਦੇ ਨੇ, ਪਰ ਜਿਹੜੇ ਹੁੰਦੇ ਨੇ ਨਾ ਪਕਸ਼ੀ ਦੇ, ਤੇ ਕਹਿੰਦੇ ਮੈਂ ਜਿਤਨੀ ਲੰਬੀ ਉਡਾਰੀ ਮਾਰ ਲਵਾਂ, ਜਿਤਨੀ ਦੂਰ ਤੱਕ ਮਰਜ਼ੀ ਚਲੀ ਜਾਵਾਂ, ਮੈਨੂੰ ਕੋਈ ਡਰ ਨਹੀਂ, ਕਿਉਂਕਿ ਮੇਰੇ ਖੰਭ ਇਤਨੇ ਮਜ਼ਬੂਤ ਨੇ। ਜੋ ਖੰਭ ਆਪਣੀ ਸੰਗਤ ਨੂੰ ਗਿਣਦੇ ਸਨ, ਉਹ ਮਜ਼ਬੂਤੀ ਅੱਜ ਵੀ ਉਸ ਤੋਂ ਜ਼ਿਆਦਾ ਆਣੀ ਚਾਹੀਦੀ ਹੈ। ਤੇ ਕਿਉਂਕਿ ਅੱਜ ਦਾਸ ਕਹਿੰਦਾ ਹੈ ਕਿ ਤੁਸੀਂ ਸਾਰੇ ਮੇਰੇ ਖੰਭ ਹੋ ਤੇ ਤੁਹਾਡੇ ਸਾਰੇ ਹੀ ਅਸੀਂ ਚੱਲ ਰਹੇ ਹਾਂ। ਗੁਰੂ ਮਹਾਰਾਜ ਕਿਰਪਾ ਕਰੇ, ਸਤਿਗੁਰਾਂ ਕੋਲੋਂ ਬਖਸ਼ਿਸ਼ ਲਈਏ ਤੇ ਇੱਕ ਮਿਸਾਲ ਕਾਇਮ ਕਰੀਏ ਆਉਣ ਵਾਲੇ ਇਤਿਹਾਸ ਵਿੱਚ। ਕਦੇ 10-20 ਸਾਲਾਂ ਬਾਅਦ ਬੱਚੇ ਵੇਖਣ ਤਾਂ ਐਸਾ ਵੀ ਕਮਾਲ ਹੋਇਆ ਸੀ ਕਿ 75 ਸਾਲ ਇੱਕ ਇਤਿਹਾਸਿਕ ਸਾਲ ਬਣਨੇ ਜਾ ਰਹੇ ਔਰ ਸਾਰੇ ਡੇਰਿਆਂ ਤੇ ਜਗਮਗਾਹਟ ਹੋਏਗੀ, ਕਿਉਂਕਿ ਸਤਿਗੁਰ ਜੀ ਚਾਹੁੰਦੇ ਕਿ 75 ਸਾਲ ਕਿ ਡੇਰੇ ਤੇ ਰੌਣਕ ਨਾ ਹੋਵੇ। ਤੇ ਅਸੀਂ ਕਹਿੰਦੇ ਹਾਂ ਸਤਿਗੁਰਾਂ ਦੇ ਸਥਾਨ ਨੇ, ਸਾਰੇ ਸਥਾਨਾਂ ਤੇ ਜਿਤਨੇ ਸਤਿਗੁਰਾਂ ਦੇ ਸਥਾਨ ਹੈਗੇ ਨੇ, ਇਹ ਉਹਨਾਂ ਦੀ ਬਖਸ਼ਿਸ਼ ਨਾਲ ਹੀ ਚੱਲ ਰਹੇ ਹਾਂ। ਸਭ ਸਥਾਨਾਂ ਤੇ ਰੌਣਕ ਲੱਗੀ ਹੋਵੇ, ਸਕਰੀਨਾਂ ਲੱਗੀਆਂ ਹੋਵਣ ਔਰ ਨਿਯਮ ਅਨੁਸਾਰ ਜਿਹੜਾ ਹੋਵੇ, ਸਤਿਗੁਰਾਂ ਦੇ ਸਮਕਸ਼ ਬਹਿ ਕੇ ਅਸੀਂ ਉਹਨਾਂ ਦਾ ਨਾਮ ਜਪੀਏ ਤੇ ਜਿਹੜੀਆਂ ਬਾਣੀਆਂ ਕਹਾਣੀਆਂ ਰਾਗੀ ਸਿੰਘ ਕਰਨ ਆਪਣੀ ਝੋਲੀ 'ਚ ਪਵਾਈਏ ਤੇ ਇਹ ਮਹਿਸੂਸ ਨਾ ਕਰੀਏ ਕਿ ਅਸੀਂ ਦੂਰ ਹਾਂ। ਤੇ ਨਾਲ ਹੀ ਦੁਆ ਜੋੜ ਕੇ ਬੇਨਤੀ ਕਰਾਂਗਾ ਕਿ ਜਿੱਥੇ ਜਿੱਥੇ ਡੇਰਿਆਂ ਤੇ ਪ੍ਰੋਗਰਾਮ ਹੋ ਰਿਹਾ ਹੈ, ਸਾਰੇ ਆਪਣੀ ਰਿਕਾਰਡਿੰਗ ਵੀ ਭੇਜੋ ਸਾਨੂੰ। ਸਾਰੇ ਡੇਰਿਆਂ ਵਾਲੇ ਆਪਣੀ ਰਿਕਾਰਡਿੰਗ ਕਰੋ ਕਿ ਸੰਗਤ ਬੈਠੀ ਹੈ ਕਿਸ ਤਰ੍ਹਾਂ ਜੋਸ਼ ਵਿੱਚ। ਜੇ ਸਾਨੂੰ ਪਤਾ ਚੱਲੇ ਕਿ ਸੰਗਤ ਦਾ ਇਕੱਠ ਹੋ ਰਿਹਾ ਹੈ ਸਾਰੇ ਡੇਰਿਆਂ ਤੇ, ਉਹ ਵੀ ਲਾਈਵ ਇਹਦੇ ਵਿੱਚ ਜਗ੍ਹਾ ਦਾ ਨਾਂ ਪਾ ਕੇ ਆਪ ਜੀ ਨੂੰ ਦਿਖਾਇਆ ਜਾਏਗਾ ਕਿ ਸਭ ਡੇਰਿਆਂ ਤੇ ਰੌਣਕ ਹੈ। ਤੇ ਗੁਰੂ ਮਹਾਰਾਜ ਕੋਲੋਂ ਇਹੀ ਬਖਸ਼ਿਸ਼ਾਂ ਮੰਗਣੀਆਂ ਨੇ। ਇੱਧਰ ਆਏ ਹਾਂ, ਇਹ ਨਾ ਸਮਝਣਾ ਕਿ ਬੇਕਾਰ ਹੋ ਗਈ। ਇਹ ਜਿਹੜੀਆਂ ਸੇਵਾ ਅਸੀਂ ਨਹੀਂ ਕੀਤੀਆਂ, ਪੂਰਾ ਪ੍ਰਬੰਧ ਹਰ ਡੇਰੇ ਤੇ ਕੀਤਾ ਜਾਏ, ਸੰਗਤ ਆਵੇ ਤੇ ਸੇਵਾਦਾਰ ਜਿਹੜੇ ਮੁਖੀ ਹੈਗੇ ਨੇ ਉੱਥੇ ਤੇ ਜੀ ਆਇਆਂ ਨੂੰ ਕਰਕੇ ਉਹਨਾਂ ਦੀ ਆਪਣੀ ਝੋਲੀ ਸੇਵਾ ਪਵਾਵਣ। ਜਿਸ ਤਰ੍ਹਾਂ ਅਸੀਂ ਇੱਥੇ ਪਵਾਉਂਦੇ ਸਾਂ, ਜੋੜੇ ਘਰ ਦੀ ਸੇਵਾ, ਗੱਡੀਆਂ ਲਵਾਉਣ ਦੀ ਸੇਵਾ, ਬਾਹਰ ਜਿਹੜੇ ਬੰਦੇ ਬਲਮ ਲੈ ਕੇ ਖੜੇ ਹੁੰਦੇ ਸਨ ਉਹ ਸੇਵਾ, ਹੋਰ ਜਿਹੜੀਆਂ ਸੇਵਾ ਬਾਬਾ ਜੀ ਦੇ ਸਮਕਸ਼, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਭਾਲ, ਹਰ ਚੀਜ਼ ਦੀਆਂ ਸੇਵਾ ਉਸੇ ਤਰੀਕੇ ਨਾਲ ਚੱਲਣਗੀਆਂ। ਉਸੇ ਤਰ੍ਹਾਂ ਹਰ ਡੇਰੇ ਤੇ ਰੌਣਕ ਲੱਗੇਗੀ ਤੇ ਬਾਅਦ ਵਿੱਚ ਸਾਰਿਆਂ ਨੂੰ ਇਹ ਸਭ ਇੱਕ ਸਮਝ ਆਏਗੀ ਕਿ ਇਹ ਅਲੌਕਿਕ ਨਜ਼ਾਰਾ ਬਣਿਆ ਸਾਡੇ ਜੀਵਨ ਅੰਦਰ, ਜਿਸ ਦੀ ਕਿਸੇ ਨੂੰ ਉਮੀਦ ਹੀ ਨਹੀਂ ਸੀ। ਇਹ ਕਰੋਨਾ ਨਹੀਂ ਹੈਗਾ, ਕਰੋਨਾ ਇੱਕ ਬਹਾਨਾ ਹੈਗਾ। ਕਰੋਨਾ ਇੱਕ ਬਹਾਨਾ ਹੈਗਾ, ਸਤਿਗੁਰਾਂ ਨੇ ਆਪਣੇ ਨਜ਼ਦੀਕ ਕੀਤਾ ਹੈ। ਮਾਤਾ ਜੀ ਕਹਿੰਦੇ ਸਨ ਨਾ, ਘਰ ਘਰ ਅੰਦਰ ਧਰਮਸਾਲ। ਇਹ ਧਰਮਸਾਲ ਜਿਹੜੀ ਬਣੀ ਅੱਜ ਦੇਖੋ, ਸਾਰੀਆਂ ਸੰਗਤਾਂ ਆਪਣੇ ਘਰਾਂ 'ਚ ਕਿਸ ਤਰ੍ਹਾਂ ਲੱਗੀਆਂ ਹੋਈਆਂ ਨੇ। ਤੇ ਮਨ 'ਚ ਕਿਸੇ ਦੇ ਇਹ ਨਾ ਆਵੇ ਕਿ ਮੈਂ ਹਾਪੜ ਨਹੀਂ ਪਹੁੰਚਿਆ ਤੇ ਮੇਰੀ ਹਾਜ਼ਰੀ ਨਹੀਂ ਲੱਗੀ। ਇਸੇ ਕਰਕੇ ਸਾਰਾ ਪ੍ਰੋਗਰਾਮ ਜਦੋਂ ਲਾਈਵ ਕੀਤਾ ਜਾਵੇ
ਤੇ ਆਪਣੇ ਆਪਣੇ ਡੇਰਿਆਂ ਦੀ ਸੰਗਤ ਇਕੱਠੀ ਹੋ ਕੇ ਇਸ ਪ੍ਰੋਗਰਾਮਾਂ ਨੂੰ ਵੇਖੇ ਤੇ ਮਨ 'ਚ ਉਹੀ ਨਜ਼ਾਰੇ ਜਿਹੜੇ ਸਤਿਗੁਰਾਂ ਦੇ ਡੇਰੇ ਦੇ ਨੇ, ਸੰਗਤ ਦੇ ਨੇ, ਉਹ ਝੋਲੀ 'ਚ ਪਵਾਵੇ ਤੇ ਉੱਥੇ ਇਹ ਮਹਿਸੂਸ ਨਾ ਹੋਵੇ ਕਿ ਅਸੀਂ ਸਾਥ ਨਹੀਂ ਹਾਂ। ਗੁਰੂ ਕੋਲੋਂ ਇਹ ਸਾਰੀਆਂ ਖੁਸ਼ੀਆਂ, ਸਤਿਗੁਰਾਂ ਦੇ ਵਚਨ, ਮਾਤਾ ਜੀ ਦੇ ਵਚਨ ਯਾਦ ਰੱਖਣੇ ਨੇ। ਬੱਚਿਓ, ਸਾਰਾ ਧਿਆਨ ਕਰੋ। ਆਪ ਜੀ ਕੋਲੋਂ ਇਹੀ ਆਸ ਰੱਖਦੇ ਹੋਏ, ਆਪ ਜੀ ਕੋਲੋਂ ਇਹੀ ਮੰਗਦੇ ਹੋਏ ਕਿ ਆਪ ਜੀ ਸੰਗਤ ਇਸ ਰੌਣਕ ਨੂੰ ਦੁਗਣਾ ਨਹੀਂ, ਤਿਗਣਾ ਨਹੀਂ, ਚੁਗਣਾ ਨਹੀਂ, ਕਿਤਨੇ ਗੁਣਾ, ਹਜ਼ਾਰਾਂ ਲੱਖਾਂ ਗੁਣਾ ਵੱਧ ਕਰ ਦੇਣਾ ਇਸ ਜੋਸ਼ ਨੂੰ। ਤੇ ਇਸ ਨੂੰ ਇੱਕ ਇਤਿਹਾਸਿਕ ਦਿਨ ਸਮਝਣਾ। 2020 ਲੋਕਾਂ ਵਾਸਤੇ ਕਰੋਨਾ ਹੋਏਗਾ, ਲੇਕਿਨ ਆਪ ਜੀ ਵੇਖੋ, ਲੋਕ ਆਖਦੇ ਨੇ ਕਰੋ ਨਾ, ਤੇ ਅਸੀਂ ਆਖਦੇ ਹਾਂ ਕਰੋ ਨਾ। ਫਰਕ ਸਮਝਣਾ। ਸਮਝ ਹੈ ਇੱਕ ਵਿਚਕਾਰ ਕੁੰਡੀ ਦੀ। ਕਰੋ ਤੋਂ ਬਾਅਦ ਬਿੰਦੀ ਲਾ ਦਿਓ ਤੇ ਆਖਦੇ ਕਰੋ ਨਾ, ਤੇ ਨਾ ਤੇ ਅਸੀਂ ਬਿੰਦੀ ਲਾਈ, ਅਸੀਂ ਕਰੋ ਤੋਂ ਬਾਅਦ ਬਿੰਦੀ ਨਹੀਂ ਲਾਈ। ਕਰੋ ਨਾ ਕਿਉਂ ਨਹੀਂ ਕਰ ਰਹੇ ਹੋ? ਜਿਨ੍ਹਾਂ ਨਹੀਂ ਕੀਤਾ ਸ਼ੁਰੂ ਹੋ ਜਾਓ ਅੱਜ ਤੋਂ। ਇਹ ਕਰੋਨਾ ਦਾ ਮਤਲਬ ਸਮਝ ਲਓ। ਕਰੋਨਾ ਦਾ ਮਤਲਬ ਕਿ ਕਰੋਨਾ ਦਾ ਮਤਲਬ ਸਮਝਿਓ ਕਿ ਆਪ ਜੀ ਇਕਾਂਤ ਵਿੱਚ ਬੈਠੋਗੇ ਤੇ ਆਪ ਜੀ ਦਾ ਲੋਕ ਜਿਹੜੇ ਕਰਨ ਨਾ ਕਿ ਇਹ ਡਿਸਟੈਂਸ ਡਿਸਟੈਂਸ ਡਿਸਟੈਂਸ, ਇਹ ਡਿਸਟੈਂਸ ਆਪੇ ਹੀ ਹੋ ਗਿਆ। ਜਦੋਂ ਕਰਨਾ ਸ਼ੁਰੂ ਕਰਾਂਗੇ ਤੇ ਕਹੋਗੇ ਅਸੀਂ ਬਿਲਕੁਲ ਇਕੱਲੇ ਹੋਈਏ, ਸਾਡੇ ਨੇੜੇ ਕੋਈ ਨਾ ਹੋਵੇ। ਅਸੀਂ ਕਰੋ ਆਪਣੇ ਕੋਲ ਇਕੱਠੇ ਹੋਈਏ ਤੇ ਸਤਿਗੁਰ ਹੋਵੇ ਤੇ ਅਸੀਂ ਹੋਈਏ। ਕਿ ਇਹ ਬਖਸ਼ਿਸ਼ਾਂ ਕਰਦਿਆਂ ਕਰਦਿਆਂ ਆਪਣੇ ਡਿਸਟੈਂਸ ਵੀ, ਇਹ ਜਿਹੜੀ ਦਵਾਈ ਹੈ, ਸਤਿਗੁਰਾਂ ਦੇ ਵਚਨ ਵੀ ਕਮਾਏ ਗਏ ਤੇ ਸਰਕਾਰ ਵੱਲੋਂ ਜਿਹੜਾ ਆਦੇਸ਼ ਆਇਆ ਉਹ ਵੀ ਮੰਨਿਆ ਗਿਆ। ਔਰ ਕਿਉਂਕਿ ਸੰਸਾਰਿਕ ਜੀਵਨ ਆ, ਜਿੱਥੇ ਰਹਿੰਦੇ ਆ, ਉਹਦਾ ਵੀ ਹੁਕਮ ਮੰਨਣਾ ਹੈ, ਲੇਕਿਨ ਆਪਣੇ ਸਤਿਗੁਰਾਂ ਦਾ ਵੀ ਨਾਲ ਅਗਰ ਜੋੜੋ, ਸਦਾ ਹੀ ਕਹਿੰਦੇ ਨੇ ਕਿ ਨਾਮ ਨਾਲ ਜੋੜੋ। ਤੇ ਜਿਹੜੇ ਅਸੀਂ ਅੱਜ ਤੱਕ ਨਹੀਂ ਜੋੜੇ, ਇਹ ਸੇਵਾਵਾਂ ਵੀ ਉਸੇ ਤਰੀਕੇ ਹੋਣਗੀਆਂ। ਤੇ ਹਰ ਸੇਵਾਦਾਰ ਜਿਹੜਾ ਵੀ ਹੈ, ਪੂਰਾ ਜਲ ਪਾਉਣ ਦਾ, ਹਰ ਚੀਜ਼ ਦਾ ਧਿਆਨ ਰੱਖਣਾ, ਸੰਗਤ ਦਾ ਆਏ ਦਾ ਸਤਿਕਾਰ ਕਰਨਾ, ਕਿਉਂਕਿ ਇਹ ਸਤਿਗੁਰ ਭਗਵਾਨ ਦਾਸ ਸਾਹਿਬ ਜੀ ਦੇ ਸਤਿਗੁਰ ਸੇਵਾ ਰਾਮ ਜੀ ਦਾ ਹੁਕਮ ਹੈ ਕਿ ਸੰਗਤ ਦੇ ਅੰਦਰ। ਔਰ ਇਸ ਗੱਲ ਦਾ ਧਿਆਨ ਰੱਖਣਾ, ਸੁੱਚ ਸੋਧ ਸਭ ਤੋਂ ਪਹਿਲੇ ਹੋਵੇ। ਆਪਣੇ ਹੱਥ ਨਾਲ ਹਰ ਚੀਜ਼ ਬਣਾਈ ਜਾਵੇ, ਅਸੀਂ ਨੌਕਰਾਂ ਦੇ ਡਿਪੈਂਡ ਨਾ ਕਰੀਏ, ਆਪ ਬਣਾ ਸਕੀਏ ਔਰ ਸੁੱਚੀ ਚੀਜ਼ ਬਣਾਈਏ। ਜਿਤਨੀ ਬਣਾ ਸਕਦੇ ਹਾਂ ਉਤਨਾ ਕਰੀਏ, ਵੱਧ ਨਹੀਂ ਕਰਨਾ, ਦਿਖਾਵਾ ਨਹੀਂ ਕਰਨਾ। ਕਿਉਂਕਿ ਅਸੀਂ ਸੰਗਤ ਸਿਰਫ ਕੀਰਤਨ ਵਿੱਚ ਬਹਿ ਕੇ ਸੰਗਤ ਨਾਲ ਹਿੱਸੇਦਾਰੀ ਕਰਨੀ ਹੈ। ਉਸੇ ਤਰ੍ਹਾਂ ਜਿੰਨਾ ਇਹ ਜੋਸ਼ ਹੈਗਾ ਕਿ ਅਸੀਂ 5, 6, 7 ਜਾਂਦੇ ਸਾਂ, 8 ਤਰੀਕ ਜਾਂਦੇ ਸਾਂ, 4 ਛੁੱਟੀਆਂ ਕਰਦੇ ਸਾਂ। ਅੱਜ ਵੀ ਤੁਸੀਂ ਇਹ ਨਾ ਸੋਚੋ ਗੁਰਪੁਰਬ ਹੈ, ਅੱਜ ਵੀ ਛੁੱਟੀਆਂ ਕਰਕੇ ਆਪਣੇ ਵੱਧ ਤੋਂ ਵੱਧ ਸਮਾਂ ਆਪਣੇ ਸਥਾਨ ਤੇ ਗੁਰੂ ਚਰਨਾਂ ਵਿੱਚ ਗੁਜ਼ਾਰੋ, ਤਾਂ ਕਿ ਵੱਧ ਤੋਂ ਵੱਧ ਸਾਡੀਆਂ ਹਾਜ਼ਰੀਆਂ ਲੱਗਣ। ਦਾਸ ਇਹੀ ਆਪ ਤੋਂ ਸਭ ਤੋਂ ਮੰਗਦਾ ਹੈ। ਔਰ ਨਾਲ ਹੀ ਕਿਰਪਾ ਅਰਦਾਸ ਦਾਸ ਵਾਸਤੇ ਵੀ ਕਰੋ ਕਿ ਦਾਸ ਸਵਸਥ ਹੋਵੇ, ਆਪ ਲੋਕਾਂ ਜੀ ਦੇ ਦਰਸ਼ਨ ਕਰੇ। ਕਿਉਂਕਿ ਦਾਸ ਵੀ ਆਪ ਜੀ ਦੇ ਇਹ ਨਹੀਂ ਹੈ ਕਿ ਆਪ ਜੀ ਨਾਲ ਮੇਲ ਨਹੀਂ ਹੋ ਰਿਹਾ, ਆਪ ਜੀ ਦਾ ਦਾਸ ਵੀ ਦਰਸ਼ਨ ਅਭਿਲਾਸ਼ੀ ਹੈ। ਦਾਸ ਵਾਸਤੇ ਵੀ ਅਰਦਾਸ ਕਰੋ ਕਿ ਗੁਰੂ ਮਹਾਰਾਜ ਜਲਦ ਤੋਂ ਜਲਦ ਸਵਸਥ ਕਰੇ, ਜੇ ਸੰਗਤ ਦੇ ਦਰਸ਼ਨ ਖੁੱਲੇ ਹੋਵਣ। ਜਿਸ ਤਰ੍ਹਾਂ ਪਹਿਲੇ ਵੀ ਇੱਕ ਵਾਰ ਜ਼ਿਕਰ ਕੀਤਾ ਸੀ, ਠੀਕ ਹੋਵੇ ਤੇ ਜਿਤਨੇ ਸਥਾਨ ਸਭ ਤੇ ਪੁਜਾਂਗੇ, ਸਭ ਤੇ ਹਾਜ਼ਰੀਆਂ ਲਵਾਵਾਂਗੇ। ਗੁਰੂ ਮਹਾਰਾਜ ਕੋਲੋਂ ਇਹ ਮੰਗਦੇ ਹੋਏ ਕਿ ਇਹ ਗੁਰਪੁਰਬ ਤੇ ਆਪ ਜੀ ਦਾ 75ਵਾਂ ਮਨਾਈਏ ਤੇ ਇਹ ਕਰੋਨਾ ਵਾਲਾ ਕੰਮ ਜਿਹੜਾ ਹੈ ਇਹਨੂੰ ਵੀ ਮੁਕਤ ਕਰ ਦਿਓ ਪੂਰੀ ਦੁਨੀਆ ਤੋਂ। ਕਿਉਂਕਿ ਆਪ ਜੀ ਦੇ ਵਚਨ ਨੇ, ਤਾਰਿਆ ਜਹਾਨ ਲੈਣਾ ਵਿਮਾਨ, ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧਨ ਕਿਆ, ਤਿਨ ਜਮ ਮਿਲਣਾ। ਇਹ ਜਿਹੜਾ ਜਹਾਨ ਹੈ, ਇਹ ਜਿਹੜੀ ਸ੍ਰਿਸ਼ਟੀ ਹੈ, ਇਹ ਦੁਨੀਆ ਹੈ, ਉਸ ਵਿੱਚ ਆਪ ਜੀ ਨੇ ਸਭ ਤੇ ਕਿਰਪਾ ਕਰਨੀ ਹੈ। ਕੋਈ ਆਪਣਾ ਪਰਾਇਆ ਨਹੀਂ, ਕੋਈ ਧਰਮ ਨਹੀਂ, ਸਾਰੀ ਸ੍ਰਿਸ਼ਟੀ ਵਾਸਤੇ ਆਪਨੇ ਵਚਨ ਕੀਤਾ ਤੇ ਇਹੀ ਝੋਲੀ 'ਚ ਪਵਾਨੇ ਆਇਆ। ਸਰਬੱਤ ਦਾ ਭਲਾ ਗੁਰੂ ਨਾਨਕ ਦਾ ਵਚਨ ਹੈ, ਸਰਬੱਤ ਦਾ ਭਲਾ ਹੋਵੇ, ਪੂਰੀ ਦੁਨੀਆ ਵਿੱਚ ਸਭ ਜਗ੍ਹਾ ਸੁਖ ਵਰਤੀਵੇ। ਇਹ ਗੁਰਪੁਰਬ ਦਾ ਮਾਤਮ ਇਤਨਾ ਹੋਵੇ ਕਿ ਸੰਗਤ ਦਾ ਤੇ ਭਲਾ ਹੋਵੇ, ਦੁਨੀਆ ਨਾਲ ਤਰ ਜਾਵੇ। ਇਹ ਦਵਾਈਆਂ ਜਿਹੜੀਆਂ ਇੰਤਜ਼ਾਰ ਕਰ ਰਹੇ ਨੇ, ਇਹ ਬਣ ਕੇ ਗੁਰਪੁਰਬ ਤੱਕ ਤਿਆਰ ਹੋ ਜਾਵਨ। ਜੇ ਸਾਰੇ ਦੁਨੀਆ ਦੇ ਲੋਕ
ਠੀਕ ਠਾਕ ਹੋ ਕੇ ਤੇ ਬੇਫਿਕਰੀ ਨਾਲ ਆਪਣਾ ਜੀਵਨ ਗੁਜ਼ਾਰਨ, ਐਸੀ ਬਖਸ਼ਿਸ਼ ਮੰਗਦੇ ਹੈ। ਸਰਬੱਤ ਦਾ ਭਲਾ ਤੋਂ ਦਾਸ ਆਪ ਜੀ ਦੇ ਚਰਨਾਂ 'ਚ ਇਹੀ ਬੇਨਤੀ ਕਰਦਾ ਹੈ ਕਿ ਫਿਰ ਇਹ ਜਿਹੜਾ ਗੁਰਪੁਰਬ ਆ ਰਿਹਾ ਹੈ ਇਹਦੇ 'ਚ ਗੈਰ ਹਾਜ਼ਰੀ ਨਾ ਲਵਾਉਣਾ, ਮੋਬਾਈਲਾਂ ਦੇ ਸਾਰੇ ਨਾ ਰਹਿਣਾ, ਸੰਗਤ ਨਾਲ ਜੁੜ ਕੇ ਜਿਹੜੀ ਹਾਜ਼ਰੀ ਝੋਲੀ 'ਚ ਪਵਾਓਗੇ ਉਹਦਾ ਵਾਅਦਾ ਇੱਕ ਵੱਖਰਾ ਹੋਏਗਾ। ਕਿਉਂਕਿ ਇਹ ਜਿਹੜੀ ਗਿਣਤੀ ਅਸੀਂ ਗਿਣਨੇ ਆ ਨਾ, ਭਜਨ ਕਰੋ ਜਿਹੜੇ ਤੁਸੀਂ ਕਹਿੰਦੇ ਸੀ ਕਿ ਸਾਰੇ ਸਾਲ ਤੇ ਕੀਤਾ ਨਹੀਂ, ਆ ਕੇ 2 ਦਿਨਾਂ ਵਿੱਚ ਹਜ਼ਾਰਾਂ ਘੰਟਿਆਂ ਦਾ ਫਲ ਲੈ ਜਾਂਦੇ ਆ। ਇਹ ਜਿਹੜੇ ਫਲ ਨੇ ਹੁਣ ਵੀ ਹਜ਼ਾਰਾਂ ਘੰਟਿਆਂ ਵਾਲੇ ਹੋਣਗੇ ਅਗਰ ਤੁਸੀਂ, ਔਰ ਐਤਕੀ ਹਜ਼ਾਰਾਂ ਵਾਲੇ ਨਹੀਂ ਹੋਣੇ, ਕਈ ਗੁਣਾ ਜ਼ਿਆਦਾ ਹੋਣੇ, ਕਿਉਂਕਿ ਪਹਿਲੇ ਤਾਲੇ ਮਾਰ ਕੇ ਆਉਂਦੇ ਸਾਂ, ਕੋਈ ਨਾ ਕੋਈ ਘਰ ਪਿੱਛੇ ਰਹਿ ਜਾਂਦਾ ਸੀ। ਐਤਕੀ ਡਿਓਡੇ ਹੋਣਗੇ ਜਾਂ ਦੂਣੇ ਹੋਣਗੇ, ਗੁਰੂ ਮਹਾਰਾਜ ਜਾਣੇ। ਇਸ ਕਰਕੇ ਹਰ ਪ੍ਰੋਗਰਾਮ ਵਿੱਚ ਵੱਧ ਚੜ ਕੇ ਹਾਜ਼ਰੀਆਂ ਲਵਾਈਏ ਤੇ ਸਾਡੀਆਂ ਹਾਜ਼ਰੀਆਂ ਵਿੱਚ ਸਾਨੂੰ ਵੀ ਝੋਲੀ ਜਿਹੜਾ ਫਲ ਹੈ ਨਾ ਉਹ ਦੁੱਗਣਾ ਤਿਗਣਾ ਪਵੇ। ਤੇ ਜਦੋਂ ਇਸ ਤੋਂ ਬਾਅਦ ਮਿਲਾਂਗੇ ਇੱਕ ਵੱਡਾ ਪ੍ਰੋਗਰਾਮ, ਜਦੋਂ ਸਰਕਾਰ ਇਜਾਜ਼ਤ ਦੇਗੀ ਤੇ ਇੱਕ ਇਕੱਠ ਦਾ ਜ਼ਰੂਰ ਰੱਖਾਂਗੇ। ਇਹ ਨਹੀਂ ਹੈ ਕਿ ਕੋਈ ਗੁਰਪੁਰਬ ਦੀ ਇੰਤਜ਼ਾਰ ਕਰਾਂਗੇ, ਜਿੰਨੀ ਜਲਦੀ ਤੋਂ ਜਲਦੀ ਹੋ ਗਿਆ ਤੇ ਇੱਕ ਵੱਡਾ ਪ੍ਰੋਗਰਾਮ ਰੱਖਾਂਗੇ ਕਿ ਸਾਰੇ ਮਿਲ ਕੇ ਭੈਣ ਭਰਾ ਫਿਰ ਇੱਕ ਦਿਨ ਕਹਿੰਦਾ ਨਾ ਮਿਲਨ ਹੁੰਦਾ, ਉਹ ਮਿਲਨ ਉਤਸਵ ਹੋਏਗਾ ਸਾਡਾ। ਗੁਰਪੁਰਬ ਵੀ ਝੋਲੀ ਪਵਾਵਾਂਗੇ, ਸਤਿਗੁਰਾਂ ਦੀ ਬਖਸ਼ਿਸ਼ ਵੀ ਝੋਲੀ ਪਵਾਵਾਂਗੇ ਤੇ ਉਹ ਨਜ਼ਾਰੇ ਜਿਨ੍ਹਾਂ ਨੇ ਆਪਣੇ ਆਪਣੇ ਘਰਾਂ 'ਚ ਬਹਿ ਕੇ ਵੇਖੇ ਉਹ ਵੀ ਸਾਂਝੇ ਕਰਨਾ। ਗੁਰੂ ਕੋਲੋਂ ਹੀ ਬਖਸ਼ਿਸ਼ਾਂ ਮੰਗਦੇ ਹੋਏ ਆਪ ਜੀ ਕੋਲੋਂ ਦਾਸ ਹੀ ਬੇਨਤੀ ਚੌਧੜੀ ਕਰਦਾ ਹੈ ਕਿ ਗੁਰੂ ਦੇ ਸਮਕਸ਼ ਅਸੀਂ ਸਾਰੇ ਇਕੱਠੇ ਹੋ ਕੇ ਕਿਸੇ ਸਤਿਗੁਰਾਂ ਦੀ ਬਖਸ਼ਿਸ਼ ਤੋਂ ਵਾਂਝੇ ਨਾ ਰਹਿ ਜਾਈਏ। ਸਤਿਗੁਰਾਂ ਦੀ ਬਖਸ਼ਿਸ਼ ਦਾ ਜਿਹੜਾ ਹੈ ਮਿਹਰ ਭਰਿਆ ਸਾਡੇ ਸਿਰ ਤੇ ਸਦਾ ਨਹੀਂ ਬਣਿਆ ਰਵੇ, ਤੇ ਉਹ ਤਾਂ ਹੈ ਜੇ ਅਸੀਂ ਹਾਜ਼ਰੀਆਂ ਲਵਾਈਏ, ਮੋਬਾਈਲਾਂ ਦੇ ਸਾਰੇ ਨਾ ਰਹੀਏ। ਯਤਨ ਕਰਨਾ ਮੋਬਾਈਲਾਂ ਦੇ ਸਾਰੇ ਨਾ ਰਹਿ ਕੇ ਸੰਗਤ ਵਿੱਚ ਬਹਿ ਕੇ, ਕੋਈ ਦੂਰ ਨੇੜੇ ਹੈ ਵਿਚਾਰਾ ਜਿਹੜਾ ਮਜਬੂਰੀ ਹੈ ਉਹ ਗੱਲ ਇੱਕ ਵੱਖਰੀ ਹੈ। ਕੋਈ ਅਮਰੀਕਾ ਬੈਠਾ ਹੈ, ਲੇਕਿਨ ਮੈਂ ਅਮਰੀਕਾ ਵਾਲਿਆਂ ਨੂੰ ਵੀ ਕਹਾਂਗਾ ਕੁਝ ਸਾਡੇ ਘਰ ਥੋੜੇ ਜਿਹੇ ਨਾਲ ਹੈਗੇ ਨੇ, ਇੰਗਲੈਂਡ ਵਿੱਚ ਕੁਝ ਨਾਲ ਘਰ ਹੈਗੇ ਨੇ, ਯਤਨ ਕਰਨ ਉਹਨੇ ਵੀ ਆਪਣਾ ਇੱਕ ਮੌਕਾ ਜਗ੍ਹਾ ਬਣਾ ਕੇ ਇਹ ਪ੍ਰੋਗਰਾਮਾਂ ਨੂੰ ਸਾਂਝੇ ਹੋ ਕੇ ਵੇਖਣ। ਲੇਕਿਨ ਕੋਈ ਆਸਟ੍ਰੇਲੀਆ 'ਚ ਵੀ ਸੰਗਤ ਹੈਗੀ, ਥਾਈਲੈਂਡ ਵੀ ਸੰਗਤ ਹੈਗੀ, ਹੋਰ ਜਿੱਥੇ ਦੁਨੀਆ ਦੇ ਕੋਨੇ 'ਚ ਕਿਤੇ ਕੋਈ ਵਿਚਾਰਾ ਇਕੱਲਾ ਹੈਗਾ ਤੇ ਉਹ ਵੀ ਯਤਨ ਕਰੇ ਜਿਸ ਤਰ੍ਹਾਂ ਉਹਨੂੰ ਸਹੂਲੀਅਤ ਹੋਵੇ ਉਸ ਦੇ ਮੁਤਾਬਕ ਕਰੇ। ਲੇਕਿਨ ਜਿੱਥੇ ਮਤਲਬ ਸੰਗਤ ਕੋਲ ਵੱਡੇ ਟੀਵੀ ਹੈਗੇ ਨੇ, ਆ ਕੇ ਉਹ ਇਕੱਠੇ ਹੋ ਕੇ ਸਤਿਗੁਰਾਂ ਦੇ ਸਮਕਸ਼ ਟਾਈਮ ਰੱਖ ਲਓ। ਇਹ 3 ਦਿਨ ਦੀ ਛੁੱਟੀ ਲੈ ਲਓ। ਐਤਕੀ ਸ਼ਨੀ ਐਤ ਸੋਮ ਪੈ ਰਿਹਾ ਹੈ ਤੇ ਦੁਨੀਆ ਵਿੱਚ ਸ਼ਨੀਚਰਵਾਰ ਵੀ ਛੁੱਟੀ, ਇਤਵਾਰ ਵੀ ਛੁੱਟੀ, ਇੱਕ ਛੁੱਟੀ ਲੈਣੀ ਹੈ, ਅੱਗੋਂ ਆਰਾਮ ਕਰਨਾ ਹੈ ਤੇ ਬਖਸ਼ਿਸ਼ਾਂ ਗੁਰੂ ਕੋਲੋਂ ਝੋਲੀ 'ਚ ਪਵਾਈਏ। ਇਸ ਨੂੰ ਇੱਕ ਇੱਥੇ ਤੱਕ ਨਹੀਂ ਪੂਰੀ ਦੁਨੀਆ ਵਿੱਚ ਇਸ ਨੂੰ ਮਨਾਇਆ ਜਾਵੇ, ਕਿਉਂਕਿ 75ਵਾਂ ਸਾਲ ਹੈ ਔਰ ਇਹ ਸਾਲ ਇਤਿਹਾਸਿਕ ਹੈ। ਔਰ ਜਿਹੜੇ ਦੁਨੀਆ ਤੋਂ ਬਾਹਰ ਬੈਠੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਆਪਣੀ ਵੀਡੀਓ ਜ਼ਰੂਰ ਭੇਜਣਾ, ਜੇ ਪਤਾ ਚੱਲੇ ਕਿ ਅਮਰੀਕਾ ਵਿੱਚ ਜਿਤਨੇ ਸੰਗਤ ਹੈ ਦੇਖੋ ਕਿਸ ਤਰ੍ਹਾਂ ਖੁਸ਼ ਹੋ ਕੇ ਸਤਿਗੁਰਾਂ ਦੇ ਚਰਨਾਂ 'ਚ ਜੁੜ ਕੇ ਬੈਠੀ ਹੈ, ਇੰਗਲੈਂਡ ਵਾਲੇ ਕਿਸ ਤਰ੍ਹਾਂ ਜੁੜ ਕੇ ਬੈਠੇ ਨੇ ਜਾਂ ਥਾਈਲੈਂਡ ਵਾਲੇ ਕਿਸ ਤਰ੍ਹਾਂ ਜੁੜ ਕੇ ਬੈਠੇ ਨੇ। ਸਾਰੇ ਯਤਨ ਕਰੋ ਇਹ ਇਕੱਠੇ ਹੋ ਕੇ ਮਨਾਈਏ। ਗੁਰੂ ਮਹਾਰਾਜ ਕਿਰਪਾ ਕਰੇ। ਸੰਗਰਾਮ ਤੇ ਇੱਕ ਨਾਲ ਇਹ ਖੁਸ਼ੀ ਦਾ ਦਿਨ ਜਿੱਥੇ ਅੱਜ ਬਖਸ਼ਿਸ਼ਾਂ ਲੈਣ ਆਏ ਆ, ਨਾਲ ਕੱਲ ਦਾ ਦਿਨ ਸੰਗਰਾਮ ਦਾ ਦਿਨ ਹੈ। ਭਾਦਰੋਂ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ, ਭਾਦਰੋਂ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਤੇ ਸਤਿਗੁਰਾਂ ਕੋਲੋਂ ਇਹ ਭਾਦਰੋਂ ਦੀਆਂ ਬਖਸ਼ਿਸ਼ਾਂ ਝੋਲੀ 'ਚ ਪਵਾਈਏ। ਕੱਲ ਸਾਰਾ ਦਿਨ ਦੀ ਅਖੰਡ ਹੈ ਨਾ, ਦੁਪਹਿਰੇ ਸਾਹਿਬ ਦੀ ਵਰਨੀ, ਸ਼ਾਮੀ 5 ਤੋਂ 6 ਸਮੂਹਿਕ ਤੇ ਸਮੂਹਿਕ ਵਰਨੀਆਂ ਵੀ ਚੱਲ ਰਹੀਆਂ ਨੇ ਅਲੱਗ-ਅਲੱਗ। ਕੱਲ ਸ਼ਾਮ ਦੀ ਰਾਤ ਕੱਲ ਸ਼ਾਮ ਦੀ ਵਰਨੀ 5 ਤੋਂ 6 ਸਮੂਹਿਕ ਵਰਨੀ ਆਪਣੇ ਡੇਰਿਆਂ ਦੇ ਵੀ ਕਰੋ ਤੇ ਦਿੱਲੀ ਦੁਪਹਿਰੇ ਸਾਹਿਬ ਨਹੀਂ ਚੰਦੀ ਪਈ ਹੈ ਦੁਪਹਿਰੇ ਸਾਹਿਬ ਤੇ ਚੱਲ ਹੀ ਰਹੀ ਹੈ। ਤੇ ਕੋਸ਼ਿਸ਼ ਕਰੋ ਆਪਣੇ ਘਰ ਆਪਣੇ ਸਥਾਨ ਤੇ ਜਿਸ ਤਰ੍ਹਾਂ ਸਹੂਲੀਅਤ ਹੋਵੇ ਮਨਾਓ। ਤੇ ਇਹ ਜਿਹੜਾ ਨਵਾਂ ਮਹੀਨਾ ਚੜਿਆ ਗੁਰੂ ਮਹਾਰਾਜ ਕੋਲੋਂ ਝੋਲੀ 'ਚ ਪਵਾਈਏ, ਖੁਸ਼ੀਆਂ ਪਵਾਈਏ, ਮਹੀਨੇ ਸੁੱਖ ਵਾਲੇ ਚੜਨ। ਗੁਰੂ ਮਹਾਰਾਜ ਕੋਲੋਂ ਬਖਸ਼ਿਸ਼ਾਂ ਮੰਗਦੇ ਹੋਏ ਦਾਸ ਆਪ ਤੋਂ ਕੋਈ ਭੁੱਲ ਚੁੱਕ ਹੋਵੇ ਤੇ ਦਾਸ क्षमा ਦਾ ਯੱਕ ਚੱਕੇ ਤੇ ਆਪ ਜੀ ਦੇ ਦਰਸ਼ਨਾਂ ਦਾ ਅਭਿਲਾਸ਼ੀ ਹੈ। ਗੁਰੂ ਮਹਾਰਾਜ ਕੋਲੋਂ ਇਹ ਅਰਦਾਸ ਕਰਨਾ ਕਿ ਦਾਸ ਦੇ ਸਿਰ ਤੇ ਆਪਣਾ ਮਿਹਰ ਭਰੇ ਹੱਥ ਬਣਾਈ ਰੱਖਣਾ ਤਾਂ ਕਿ ਦਾਸ ਸਵਸਥ ਹੋਵੇ ਤੇ ਆਪ ਜੀ ਦੀ ਸੇਵਾ ਕਰ ਸਕੇ। ਐਸੀ ਬਖਸ਼ਿਸ਼ ਆਪ ਤੋਂ ਸੰਗਤਾਂ ਤੋਂ ਮੰਗਦੇ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰਨਾ। ਕਿਰਪਾ ਕਰੋ
गुरु महाराज कृपा करे, कितनी हाजरियां प्रवान, भुला चुका दी माफ़ी देना, वादा घाटा मेरी झोली च पाना, जो आप जी नूं अच्छा लगे उन्होंने अपने मन च वसाना, कृपा करदे इत्थे दास आग्या मंगदा है। धन धन सतगुरु भगवान दास साहेब आप जी दी सदा ही जय। धन धन सतगुरु सेवाराम साहेब आप जी दी सदा ही जय। धन धन साहिब संत माता जी आप जी नूं कोट कोट नमस्कार। ਅਸੀਂ ਆਪਣੇ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਕਰਨੇ ਹਾਂ। ਅਪਾਰ ਬਖਸ਼ਿਸ਼ ਹੋਈ ਆਪਣੀਆਂ ਲਾਡਲੀਆਂ ਨਿਮਾਣੀਆਂ ਸੰਗਤਾਂ ਨੂੰ ਸਤਿਗੁਰਾਂ ਨੇ ਆਪਣੇ ਪਿਆਰੇ ਦਰਸ਼ਨ ਦੀਦਾਰੇ ਬਖਸ਼ੇ, ਕਿਉਂਕਿ ਦਰਸ਼ਨਾਂ ਦੇ ਲਈ ਸੰਗਤਾਂ ਉਡੀਕ ਰਹੀਆਂ ਹਨ। ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਸਾਡਾ ਜੀਵਨ ਹੀ ਗੁਰੂ ਦੇ ਦਰਸ਼ਨਾਂ ਸ਼ਿਕਾਰ ਹੈ। ਤੇ ਅੱਜ ਸਮੂਹ ਸੰਗਤਾਂ ਨੂੰ ਇਸ ਗੱਲ ਦੀ ਵਧਾਈ ਵੀ ਹੋਵੇ ਨਾਲ ਕਿ ਸੰਗਤਾਂ ਨੇ ਆਪਣੇ ਮਾਲਕ ਦੇ, ਆਪਣੇ ਨਾਮਦਾਤਾ ਮੁਰਸ਼ਦ ਦੇ ਦਰਸ਼ਨ ਦੀਦਾਰੇ ਕੀਤੇ। ਮਿੱਠੇ ਮਿੱਠੇ ਬਚਨ, ਅਨਮੋਲ ਬਚਨ, ਸਮਝਾਵਣੀਆਂ ਸਤਿਗੁਰਾਂ ਨੇ ਸਾਡੀ ਝੋਲੀ 'ਚ ਕਰ ਪਾਈਆਂ। ਸੁਚ ਸੰਜਮ ਦੀ ਜੋ ਗੱਲ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਧਿਆਨ ਰੱਖਣਾ ਇਹ ਸਾਰੀਆਂ ਗੱਲਾਂ ਦਾ। ਨਾਲ ਹੀ ਗਵਰਨਮੈਂਟ ਵੱਲੋਂ ਜੋ ਹਿਦਾਇਤ ਹੈ, ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਸੋਸ਼ਲ ਡਿਸਟੈਂਸਿੰਗ ਦਾ ਪਾਲਨ ਕਰਨਾ ਹੈ, ਮਾਸਕ ਵੀ ਅਸਾਂ ਨੇ ਆਪਣਾ ਯੂਜ਼ ਕਰਨਾ ਹੈ, ਤੇ ਸੈਨੀਟਾਈਜ਼ਰ ਵੀ ਜਿੱਥੇ ਜਿੱਥੇ ਲੋੜ ਹੋਵੇ ਸੈਨੀਟਾਈਜ਼ਰ ਵੀ ਯੂਜ਼ ਕਰੀਏ, ਹੱਥ ਵੀ ਧੋ ਕੇ ਆਪਣਾ ਗੁਰੂ ਦਰ ਦੀ ਹਾਜ਼ਰੀਆਂ ਭਰੀਏ। ਇਨ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਇਆ ਗੁਰਪੁਰਬ ਨੂੰ ਬੇਫਿਕਰੀ ਦੇ ਨਾਲ ਮਨਾਈਏ। ਇਹ ਸਮਝੋ ਸਤਿਗੁਰਾਂ ਨੇ ਜ਼ਿੰਮੇਵਾਰੀ ਲੈ ਲਈ ਹੈ। ਸਤਿਗੁਰੂ ਹਰ ਵੇਲੇ ਜ਼ਿੰਮੇਵਾਰੀ ਲੈਂਦਾ ਹੈ ਤੇ ਅੱਜ ਵੀ ਸਤਿਗੁਰਾਂ ਨੇ ਜ਼ਿੰਮੇਵਾਰੀ ਲਈ ਹੈ। ਹੁਣ ਤੱਕ ਸਤਿਗੁਰੂ ਸਾਡੀਆਂ ਜ਼ਿੰਮੇਵਾਰੀਆਂ ਸੰਭਾਲਦੇ ਰਹੇ ਹਨ ਤੇ ਹੁਣ ਅੱਗੋਂ ਵੀ ਇਸ ਅਵਸਥਾ 'ਚ ਕਾਰ ਵੀ ਜ਼ਿੰਮੇਵਾਰੀਆਂ ਲੈ ਰਹੇ ਹਾਂ ਕਿ ਸਾਧ ਸੰਗਤ ਜੀ ਕਿ ਰਲ ਮਿਲ ਕੇ ਸਤਿਗੁਰਾਂ ਦਾ ਗੁਰਪੁਰਬ ਮਨਾਓ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਹੁਣ ਸਾਡਾ ਸੰਗਤਾਂ ਦਾ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਜੋ ਸਤਿਗੁਰਾਂ ਨੇ ਸਾਨੂੰ ਬਚਨ ਸਾਡੀ ਝੋਲੀ 'ਚ ਕਰ ਪਾਏ ਹਨ, ਅਸੀਂ ਇਹਨਾਂ ਨੂੰ ਸੰਭਾਲੀਏ। ਕੱਲ ਸੰਗਰਾਂਦ ਦਾ ਦਿਨ ਜਿਵੇਂ ਸਾਹਿਬ ਮਹਾਰਾਜ ਬਖਸ਼ਿਸ਼ ਕੀਤਾ, ਸਮੂਹ ਡੇਰਿਆਂ ਤੇ ਸੰਧਿਆ ਵੇਲੇ ਸਾਮੂਹਿਕ ਵਰਨੀ ਵੀ ਹੋਏਗੀ ਤੇ ਆਪਣੇ ਆਪਣੇ ਗ੍ਰਹਿ ਵਿਖੇ ਵੀ ਅਖੰਡ ਚੱਲਦੀ ਵੀ ਹੈ ਨਾ, ਜੋ ਅਖੰਡ ਵਰਨੀ ਚੱਲ ਰਹੀ ਹਨ। 5 ਵਜੇ ਸ਼ੁਰੂ ਹੋਏਗੀ, ਹਾਂਜੀ, ਸ਼ਾਮ ਤੱਕ ਚੱਲਦੀ ਹੈ। ਅੰਮ੍ਰਿਤ ਵੇਲੇ ਸ਼ੁਰੂ ਹੁੰਦੀ ਹੈ ਤੇ ਸ਼ਾਮ ਤੱਕ ਚੱਲਦੀ ਹੈ ਤੇ ਉਹ ਸ਼ਾਮ ਨੂੰ ਫਿਰ ਸਾਮੂਹਿਕ ਹੋ ਜਾਂਦੀ ਹੈ। ਤਾਂ ਬਾਕੀ ਆਪਣੇ ਘਰਾਂ ਵਿੱਚ ਵੀ ਗੁਰੂ ਦੀ ਓਟ ਤੇ ਆਸਰਾ ਲੈ ਕੇ ਜੋ ਵੀ ਟਾਈਮ 5 ਤੋਂ 6 ਸ਼ਾਮ ਦਾ 5 ਤੋਂ 6 ਨਿਯਤ ਹੋਇਆ ਹੈ, 5 ਤੋਂ 6 ਸ਼ਾਮ ਨੂੰ ਸਾਮੂਹਿਕ ਵਰਨਿਸ਼ਕਾਰ ਘਰ ਬੈਠ ਕੇ ਵੀ ਅਸੀਂ ਡੇਰਿਆਂ ਤੇ ਵੀ ਤੇ ਘਰ ਬੈਠ ਕੇ ਵੀ, ਡੇਰਿਆਂ ਤੇ ਵੀ ਸਮੂਹ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਹਨ। ਦੇਖੋ ਸਾਹਿਬ ਮਹਾਰਾਜ ਨੇ ਹੁਣੇ ਬਚਨ ਕੀਤਾ ਹੈ ਕਿ ਪਹਿਲੇ ਅਸੀਂ 1000 ਘੰਟਿਆਂ ਲਈ ਲੋਚਦੇ ਸਾਂ ਤੇ ਹੁਣ ਵੇਖੋ ਕਹਿੰਦੇ ਨੇ 1.5 ਗੁਣੇ ਮਿਲਣਗੇ। ਇਹ ਤਾਂ ਪਤਾ ਨਹੀਂ ਕਿਤਨੇ ਗੁਣਾ ਮਿਲ ਜਾਣਗੇ। ਸਾਹਿਬ ਮਹਾਰਾਜ ਹੁਣ ਬਚਨ ਕੀਤਾ ਹੈ ਤਾਂ ਇਹ ਤਾਂ ਬਰਕਤ ਮਿਲ ਰਹੀ ਹੈ ਸਾਨੂੰ, ਇਹ ਤਾਂ ਸਾਨੂੰ ਬਰਕਤ ਮਿਲ ਰਹੀ ਹੈ। ਪਹਿਲੇ ਘਰ 'ਚੋਂ 2 ਬੰਦੇ ਆਉਂਦੇ ਸਨ, 2 ਘਰ ਰਹਿੰਦੇ ਸਨ, ਹੁਣ 4 ਬੰਦੇ ਬੈਠਣਗੇ, ਸਾਰੇ ਬੈਠਣਗੇ ਘਰ। ਇਹ ਗੁਰੂ ਦੀ ਕਿਰਪਾ ਹੋ ਰਹੀ ਹੈ, ਅਪਾਰ ਬਖਸ਼ਿਸ਼ ਹੋ ਰਹੀ ਹੈ। ਸਤ ਸੰਗਿਓ ਭਾਗਾਂ ਵਾਲੇ ਹੋ, ਸਾਨੂੰ ਐਸਾ ਗੁਰੂ ਮਿਲਿਆ ਹੈ ਜੋ ਸਾਨੂੰ ਚਿੰਤਾ ਤੋਂ ਮੁਕਤ ਕਰਦਾ ਹੈ। ਸਤਿਗੁਰ ਆਇਓ ਸਰਣ ਤੁਹਾਰੀ, ਮਿਲੇ ਸੂਖ ਨਾਮ ਹਰ ਸੋਭਾ, ਚਿੰਤਾ ਲਾਏ ਹਮਾਰੀ, ਅਵਰ ਨ ਸੂਝੈ ਦੂਜੀ ਖਾਏ, ਹਾਰ ਪਰਿਓ ਤੋਇ ਦੁਆਰੀ, लेखा छोड़ लेखे छूटे, हम निर्गुण लेओ उबारी, सद बख्शिंद सदा मेहरबाना, सबना दे आधारी, नानक दास संत पाछे परियो, राख लियो ए उबारी। साध संगत जी, ये दोवली प्रीत आप जी ने नोट किया होना है। ये दोवली प्रीत जिथे साडा मन करता है कि असी अपने मालक दे दर्शन करिए, ਅੱਜ ਮਾਲਕ ਵੈਰਾਗ ਆ ਕਹਿੰਦਾ ਕਿ ਮੇਰਾ ਵੀ ਚਿੱਤ ਕਰਦਾ ਮੈਂ ਸੰਗਤਾਂ ਦੇ ਦਰਸ਼ਨ ਕਰਾਂ। ਕਿਤਨੇ ਵੈਰਾਗ ਕਰ ਸਨ, ਕਹਿੰਦੇ ਮੇਰਾ ਵੀ ਚਿੱਤ ਕਰਦਾ ਹੈ ਕਿ ਮੈਂ ਸੰਗਤਾਂ ਦੇ ਦਰਸ਼ਨ ਕਰਾਂ। ਇਹ ਦੁਵੱਲੀ ਪ੍ਰੀਤ ਹੁੰਦੀ ਹੈ, ਸੋ ਕਹਿੰਦੇ ਦੁਪਾਸੀ ਪ੍ਰੀਤ।
ਇੱਕ ਪਾਸੀ ਪ੍ਰੀਤ ਨਹੀਂ, ਦੋ ਪਾਸੀ ਪ੍ਰੀਤ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਐਸਾ ਸਤਿਗੁਰੂ ਸਾਨੂੰ ਮਿਲਿਆ ਹੈ ਜਿਹੜਾ ਸਾਨੂੰ ਬੇਫਿਕਰੀਆਂ ਬਖਸ਼ਦਾ ਹੈ। ਹਮੇਸ਼ਾ ਜਿਸ ਤਰ੍ਹਾਂ ਸਤਿਗੁਰੂ ਸੇਵਾ ਰਾਮ ਜੀ ਬਚਨ ਕਰਦੇ ਸਨ, ਆ ਭੈਣ ਜੀ, ਤਾਤੀ ਵਾਹ ਨ ਲੱਗੀ, ਪੜ੍ਹਦੇ ਕੀ ਸਨ? ਸਤਿਗੁਰੂ ਲੱਗੇ ਜੀ ਸਾਹਿਬ ਜੀ ਤੇਰੀਆਂ ਸੰਗਤਾਂ ਨੂੰ, ਤਤੀ ਵਾਓ ਨ ਲੱਗੇ ਜੀ ਸਾਹਿਬ ਜੀ ਤੇਰੇ ਬੱਚਿਆਂ ਨੂੰ, ਤੇਰੀ ਸੰਗਤਾਂ ਨੂੰ, ਤੇਰੇ ਬੱਚਿਆਂ ਨੂੰ, ਤੇਰੇ ਸੰਗਤਾਂ ਨੂੰ, ਤੇਰੇ ਬੱਚਿਆਂ ਨੂੰ, ਤੇਰੇ ਬੱਚਿਆਂ ਨੂੰ, ਤੇਰੇ ਸੇਵਕਾਂ ਨੂੰ, ਤੇਰੇ ਬੱਚਿਆਂ ਨੂੰ, ਤੇਰੇ ਸੇਵਕਾਂ ਨੂੰ, ਤੇਰੇ ਸੇਵਕਾਂ ਨੂੰ, ਤੇਰੇ ਸੇਵਾਦਾਰਾਂ ਨੂੰ, ਤੇਰੇ ਸੇਵਕਾਂ ਨੂੰ, ਤੇਰੇ ਸੇਵਾਦਾਰਾਂ ਨੂੰ, ਤਤੀ ਵਾਓ ਨ ਲੱਗੇ ਜੀ ਸਾਹਿਬ ਜੀ ਤੇਰੇ ਸੰਗਤਾਂ ਨੂੰ, ਤਤੀ ਵਾਓ ਨ ਲੱਗੇ ਜੀ ਸਾਹਿਬ ਜੀ ਤੇਰੇ ਸੇਵਕਾਂ ਨੂੰ, ਤਾਤੀ ਵਾਓ ਨ ਲੱਗੇ, ਤਾਤੀ ਵਾਓ ਨ ਗਈ ਪਾਰ ਬ੍ਰਹਮ ਸਰਨਾਈ, ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾ, ਚੌਗਿਰਦ ਹਮਾਰੇ ਰਾਮ ਕਾ, ਦੁਖ ਲਗੇ ਨਾ ਪਾਈ, ਦੁਖ ਲਗੇ ਨਾ ਪਾਈ, ਸਤਿਗੁਰ ਪੂਰਾ ਭੇਟਿਆ, ਸਤਿਗੁਰ ਪੂਰਾ ਭੇਟਿਆ, ਛੇਵਾਂ ਪਾਤਸ਼ਾਹ ਭੇਟਿਆ, ਛੇਵਾਂ ਪਾਤਸ਼ਾਹ ਭੇਟਿਆ, ਸਤਿਗੁਰ ਪੂਰਾ ਭੇਟਿਆ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦਿਆ, ਰਾਮ ਨਾਮ ਔਖਦ ਦਿਆ, ਕਾਲਿ ਵਲਾਈ, ਕਾਲਿ ਵਲਾਈ, ਰੱਖ ਲਿਏ ਤਿਨ ਰੱਖਣ ਹਾਰ, ਰੱਖ ਲਿਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਪਈ, ਕਹੋ ਨਾਨਕ ਕਿਰਪਾ ਪਈ, ਕਹੋ ਨਾਨਕ ਕਿਰਪਾ ਪਈ, ਕਹੋ ਨਾਨਕ ਕਿਰਪਾ ਪਈ, ਪ੍ਰਭ ਪਏ ਸਹਾਈ, ਪ੍ਰਭ ਪਏ ਸਹਾਈ, ਪ੍ਰਭ ਪਏ ਸਹਾਈ, ਪ੍ਰਭ ਪਏ ਸਹਾਈ, ਤਤੀ ਵਾਓ ਨ ਲੱਗੇ ਜੀ ਸਾਹਿਬ ਜੀ ਤੇਰੇ ਸੰਗਤਾਂ ਨੂੰ, ਤਤੀ ਵਾਓ ਨ ਲੱਗੇ ਜੀ ਸਾਹਿਬ ਜੀ ਤੇਰੇ ਬੱਚਿਆਂ ਨੂੰ, ਤਤੀ ਵਾਓ ਨ ਲੱਗੇ ਜੀ ਸਾਹਿਬ ਜੀ ਤੇਰੀਆਂ ਸੰਗਤਾਂ ਨੂੰ, ਤਤੀ ਵਾਓ ਨ ਲੱਗੇ ਜੀ ਸਾਹਿਬ ਜੀ ਤੇਰੇ ਸੇਵਕਾਂ ਨੂੰ। ਸਤਿਗੁਰੂ ਸੇਵਾ ਰਾਮ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਸੰਗਤਾਂ ਲਈ ਸਤਿਗੁਰੂ ਭਗਵਾਨ ਦਾਸ ਜੀ ਕੋਲੋਂ ਇਹ ਬਖਸ਼ਿਸ਼ਾਂ ਮੰਗਦੇ ਸਨ, ਉੱਥੇ ਹੀ ਉਹਨਾਂ ਨੇ ਸਾਨੂੰ ਸਮਝਾਉਣ ਲਈ, ਸੰਗਤਾਂ ਨੂੰ ਸਮਝਾਉਣ ਲਈ ਕਿ ਬੱਚਿਆਂ ਨੂੰ ਘਰ ਬੱਚੇ ਹੋਣ ਛੋਟੇ ਛੋਟੇ, ਉਹਨਾਂ ਨੂੰ ਗੁਰੂ ਨਾਲ ਕਿਵੇਂ ਜੋੜੀਦਾ ਹੈ। ਹਾਜ਼ਰ ਸਤਿਗੁਰੂ ਜਿਵੇਂ ਜਿਸ ਟਾਈਮ ਬੱਚੇ ਬਾਲਪਨ ਦੀ ਅਵਸਥਾ ਸੀ, ਭੈਣ ਬਬਲੀ ਜੀ ਬੈਠੇ ਹਨ, ਬਾਲਪਨ ਦੀ ਅਵਸਥਾ ਸੀ, ਛੋਟੇ ਸਨ ਲਵਲ ਜੀ, ਇਹਨਾਂ ਬੱਚਿਆਂ ਨੂੰ ਸਤਿਗੁਰੂ ਸੇਵਾ ਰਾਮ ਜੀ ਬਾਬਾ ਜੀ ਦੇ ਕਮਰੇ 'ਚ ਲੈ ਜਾਣ ਤੇ ਉੱਥੇ ਲਿਜਾ ਕੇ ਸਤਿਗੁਰੂ ਸੇਵਾ ਰਾਮ ਜੀ ਆਪ ਪੜ੍ਹਦੇ ਸਨ। ਤਤੀ ਵਾਓ ਨ ਲੱਗੇ ਜੀ ਸਾਹਿਬ ਜੀ ਤੇਰੇ ਬੱਚਿਆਂ ਨੂੰ, ਤਤੀ ਵਾਓ ਨ ਲੱਗੇ ਜੀ ਸਾਹਿਬ ਜੀ ਤੇਰੇ ਬੱਚਿਆਂ ਨੂੰ, ਤਤੀ
ਵਾਓ ਨ ਲਗੇ ਜੀ ਸਾਹਿਬ ਜੀ ਤੇਰੇ ਬੱਚਿਆਂ ਨੂੰ ਸਾਹਿਬ ਮਹਾਰਾਜ ਜੀ ਇੱਕ ਤਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਤੇ ਇੱਕ ਸਤਿਗੁਰੂ ਭਗਵਾਨ ਦਾਸ ਜੀ ਕੋਲੋਂ ਗੁਰੂ ਨਾਨਕ ਪਾਤਸ਼ਾਹ ਕੋਲੋਂ ਅਸੀਸਾਂ ਮੰਗਣ ਕਿ ਬੱਚਿਆਂ ਨੂੰ ਚੰਗਾ ਵਾਤਾਵਰਣ ਪ੍ਰਾਪਤ ਹੋਵੇ, ਚੰਗੀ ਸੰਗਤ ਪ੍ਰਾਪਤ ਹੋਵੇ। ਚੂੰ ਘਰ ਬਾਹਰ ਨਿਕਲਣ ਨਾਲ ਤਰ੍ਹਾਂ ਤਰ੍ਹਾਂ ਦੀ ਸੰਗਤ ਮਿਲ ਜਾਂਦੀ ਹੈ। ਇਹ ਸਾਧ ਸੰਗਤ ਜੀ ਸਤਿਗੁਰਾਂ ਨੇ ਸਾਡੇ ਲਈ ਵੀ ਇਹ ਸਮਝਾਉਣੀ ਹੈ। ਅਸੀਂ ਵੀ ਆਪਣੇ ਛੋਟੇ ਬੱਚਿਆਂ ਨੂੰ, ਜੋ ਛੋਟੇ ਬੱਚੇ ਜਿੱਥੇ ਉਹਨੂੰ ਤਾਰੇ ਜਾਣ ਸਿਖਾਉਂਦੇ ਆ, ਉੱਥੇ ਉਹਨਾਂ ਨੂੰ ਗੁਰੂ ਦੇ ਹਜ਼ੂਰ ਖਲਵਾ ਕੇ ਸ਼ਬਦ ਪੜ੍ਹੀਏ ਤੇ ਸਤਿਗੁਰੂ ਸੇਵਾ ਰਾਮ ਜੀ ਨੂੰ ਚੇਤੇ ਕਰੀਏ ਕਿ ਉਹਨਾਂ ਨੇ ਕਿਹੜੀ ਰਾਹ ਬਖਸ਼ਿਸ਼ ਕੀਤੀ, ਕਿਹੜੀ ਰਾਹ ਸਾਨੂੰ ਸਮਝਾਈ। ਅੱਜ ਅਸੀਂ ਆਪਣੇ ਸਤਿਗੁਰਾਂ ਦੇ ਸਾਹਿਬ ਮਹਾਰਾਜ ਜੀ ਦੇ ਜਿਤਨਾ ਧੰਨਵਾਦ ਕਰੀਏ ਉਤਨਾ ਥੋੜਾ ਹੈ। ਦਾਸ ਤਾਂ ਬੜਾ ਦਰਵਿਤ ਹੋ ਗਿਆ ਉਸ ਵੇਲੇ ਸਤਿਗੁਰਾਂ ਦੇ ਬਚਨ ਸੁਣ ਕੇ, ਜੋ ਸਤਿਗੁਰੂ ਜੀ ਆਖਣ ਲੱਗੇ ਕਿ ਮੇਰਾ ਵੀ ਚਿੱਤ ਕਰਦਾ ਹੈ ਕਿ ਮੈਂ ਸੰਤਾਂ ਦੇ ਦਰਸ਼ਨ ਕਰਾਂ। ਇਹ ਅੰਦਰੋਂ ਆਵਾਜ਼ ਸਾਹਿਬ ਮਹਾਰਾਜ ਜੀ ਸੇ ਨਿਕਲ ਰਹੀ ਸੀ ਕਿ ਮੇਰਾ ਵੀ ਚਿੱਤ ਕਰਦਾ ਮੈਂ ਸੰਤਾਂ ਦੇ ਦਰਸ਼ਨ ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ। ਤਵੱਲੀ ਪ੍ਰੀਤ ਬਣੀ ਰਹੇ। ਜੋ ਸਤਿਗੁਰੂ ਜੀ ਸਾਨੂੰ ਜਿਤਨਾ ਸਾਨੂੰ ਹੰਸ ਬਣਾਉਣਾ ਚਾਹੁੰਦੇ ਹਨ, ਅਸੀਂ ਹੰਸ ਬਣੀਏ। ਸਾਡਾ ਖਾਣਾ ਜਿਹੜਾ ਹੋਵੇ ਉਹ ਹੰਸਾਂ ਵਾਲਾ ਹੋਵੇ, ਸਾਡਾ ਰਹਿਣਾ ਬਹਿਣਾ ਹੋਵੇ ਹੰਸਾਂ ਵਾਲਾ ਹੋਵੇ। ਗੁਰੂ ਦੀ ਕਿਰਪਾ ਬਖਸ਼ਿਸ਼ ਸਾਡੇ ਤੇ ਬਣੀ ਰਹੇ। ਕੋਟਾਨ ਕੋਟ ਧੰਨਵਾਦ ਕਰਦਿਆਂ ਹਾਂ। ਮੈਂ ਹੁਣ ਬੇਨਤੀ ਕਰਾਂ ਆਗਿਆ ਤਾਂ ਅਰਦਾਸ ਕਰ ਰਹੇ ਤੇ ਫਿਰ ਸਤਿਗੁਰ ਸੇਵਾ ਰਾਮ ਜੀ ਨੇ ਦਿੱਤਾ ਗੁਰ ਉਪਦੇਸ਼, ਪੜ੍ਹੇਗਾ ਸੁਣੇਗਾ ਜੋ ਇਸ ਨੂੰ ਮਿਟਣਗੇ ਕਲੇਸ਼। ਤਾਰੇ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰੇ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰੇ ਜਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ ਬਿਮਾਨ ਜਿਨੀ ਦਰਸ਼ਨ ਪਾਇਆ, ਜਿਨੀ ਤੁਧ ਨੂੰ ਧੰਨ ਕਿਆ ਤਿਨ ਜਮ ਨੇੜ ਨਾ ਆਇਆ। ਤਾਰਿਆ ਜਹਾਨ ਲਿਆ
ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜ ਨਾ ਆਇਆ ਸਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜ ਨਾ ਆਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜ ਨਾ ਆਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜ ਨਾ ਆਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜ ਨਾ ਆਇਆ ਤਾਰਿਆ ਜਹਾਨ ਲਿਆ ਬਿਮਾਨ ਜਿਨੇ ਦਰਸ਼ਨ ਪਾਇਆ ਜਿਨੇ ਤੁਧ ਨੂੰ ਧਨ ਕਿਆ ਤਿਨ ਜਮ ਨੇੜ ਨਾ ਆਇਆ ਮਨ ਸਾਚਾ ਮੁਖ ਸਾਚਾ ਸੋਏ ਸਾਚਾ ਤੇਰਾ ਨਾਮ ਜੀ ਨਿਰਭਉ ਤੇ ਨਿਰਵੈਰ ਹੈ ਨਿਰ ਸਤਿਗੁਰ ਸੇਵਾ ਰਾਮ ਜੀ ਸਤਿਗੁਰ ਸੇਵਾ ਰਾਮ ਜੀ ਸਾਡੇ ਅਨਸਰ ਹੋਏ ਸਹਾਇ ਸਾਹਿਬ ਸੰਤ ਮਾਤਾ ਜੀ ਨੇ ਕੀਤਾ ਹੈ ਕਮਾਲ ਸਾਰਿਆਂ ਨੂੰ ਇਕੱਠਾ ਕਰਕੇ ਰੱਖਿਆ ਹੈ ਸਮਾਨ ਨਾਮ ਜਪਦੇ ਨਾਮ ਜਪਾਂਦੇ ਇਹਨਾਂ ਦਾ ਕਾਰੋਬਾਰ ਧੰਨ ਧੰਨ ਸ੍ਰੀ ਗੁਰੂ ਨਾਨਕ ਜਾਵਾਂ ਚਰਣਾ ਤੋਂ ਬਲਿਹਾਰ ਧੰਨ ਧੰਨ ਛੇਵੇਂ ਪਾਤਸ਼ਾਹ ਜਾਵਾਂ ਚਰਣਾ ਤੋਂ ਬਲਿਹਾਰ ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਦੇ ਚਰਣਾ ਤੋਂ ਬਲਿਹਾਰ ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾ ਹੀ ਜੈ ਧੰਨ ਧੰਨ ਸਾਹਿਬ ਸੰਤ ਮਾਤਾ ਜੀ ਆਪ ਜੀ ਨੂੰ ਕੋਟ ਕੋਟ ਨਮਸਕਾਰ ਲੋਕਾਂ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਵਿਰਸਰਾ ਦੋਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਕਰਮਿਆ ਦੂਰ ਕਰਮੀਆਂ ਪੋ ਆਪਣੀ ਕੀਏ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਮਸਕਤ ਨਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ